गुरु ने मोहे दीनी अजब जड़ी, पांचों नाग 2500 नागिन, सूंगत तुरत मरी, याकारे ने सब जग खायो, सतगुर देख डरी, सतगुर देख डरी, गुरु ने मोहे दीनी अजब जड़ी। कहत कबीर सुनो भाई साधो, कहत कबीर सुनो भाई साधो, ले परिवार तरी, ले परिवार तरी, गुरु ने मोहे दीनी अजब जड़ी, दीनी अजब जड़ी। राग सोरठ महला तीजा कर पहला। सतगुर सेवे ता सहज तुन उपजै, गत मत तद ही पाए, हर का नाम सच्चा मन वसिया, नामे नाम समाए। ਇਹ ਤੀਸਰੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਬਾਣੀ ਦਾ ਸ਼ਬਦ ਹੈ। ਅੱਜ ਦੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਦੋ ਤਰ੍ਹਾਂ ਦੀ ਜੀਵਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਤਾਂ ਉਹ ਜਿਹੜੇ ਅਜੇ ਸੰਤ ਮਤ ਦੇ ਵਿੱਚ ਨਹੀਂ ਆਏ, ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ, ਨਾਮ ਨਹੀਂ ਮਿਲਿਆ, ਜਾਂ ਫਿਰ ਜਿਹੜੇ ਇਹ ਕਹਿ ਦਿੰਦੇ ਨੇ ਆਖਿਰ ਗੁਰੂ ਦੀ ਜ਼ਰੂਰਤ ਹੀ ਕੀ ਹੈ, ਤਾਂ ਉਹਨਾਂ ਨੂੰ ਸਮਝਾਉਣਗੇ ਕਿ ਜ਼ਿੰਦਗੀ ਦਾ ਮਕਸਦ ਪੂਰਾ ਕਰਨ ਲਈ ਕਿਉਂ ਗੁਰੂ ਦੀ ਜ਼ਰੂਰਤ ਹੈ, ਕੈਸੇ ਗੁਰੂ ਦੀ ਜ਼ਰੂਰਤ ਹੈ। ਅਤੇ ਦੂਸਰੇ ਉਹ ਜੀਵ ਜਿਹੜੇ ਸੰਤ ਮਤ ਦੇ ਵਿੱਚ ਆ ਚੁੱਕੇ ਹਨ, ਨਾਮਦਾਨ ਮਿਲ ਚੁੱਕਿਆ ਹੈ, ਗੁਰੂ ਮਿਲ ਚੁੱਕਿਆ ਹੈ, ਉਹਨਾਂ ਨੂੰ ਕੀ ਸਮਝਾਉਣਗੇ ਕਿ ਨਾਮਦਾਨ ਮਿਲ ਜਾਣ ਤੋਂ ਬਾਅਦ ਕੀ ਸਾਡਾ ਫਰਜ਼ ਹੈ, ਕੀ ਸਾਡੀ ਡਿਊਟੀ ਹੈ। ਸ਼ੁਰੂਆਤ ਕਰ ਰਹੇ ਨੇ ਉਹਨਾਂ ਜੀਵਾਂ ਤੋਂ ਜੋ ਸੱਚਮੁੱਚ ਮਾਇਆ ਦੀ ਇਸ ਜੇਲਖਾਨੇ 'ਚੋਂ ਆਜ਼ਾਦੀ ਹਾਸਲ ਕਰਨਾ ਚਾਹੁੰਦੇ ਨੇ, ਜਿਨ੍ਹਾਂ ਦੇ ਅੰਦਰ ਸੱਚਮੁੱਚ ਆਪਣੇ ਘਰ ਵਾਪਿਸ ਜਾਣ ਦੀ ਤਮੰਨਾ ਹੈ, ਪ੍ਰੀਤਮ ਦੇ ਨਾਲ ਮਿਲਾਪ ਕਰਕੇ ਸੁਖੀ ਹੋਣਾ ਚਾਹੁੰਦੇ ਹਨ। ਤਰੀਕਾ ਕੀ ਸਮਝਾ ਰਹੇ ਹਨ? ਸਤਿਗੁਰ ਸੇਵੇ ਤਾਂ ਸਹਿਜ ਧੁਨ ਉਪਜੇ, ਗਤ ਮਤ ਤਦ ਹੀ ਪਾਏ। ਸਭ ਤੋਂ ਪਹਿਲਾਂ ਕੀ ਕਰਨਾ ਹੈ? ਕਿਸੇ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਜਾਣਾ ਹੈ, ਗੁਰੂ ਦਾ ਪੱਲਾ ਪਕੜਨਾ ਹੈ, ਫਿਰ ਉਹਦੇ ਸਮਝਾਉਣ ਦੇ ਮੁਤਾਬਿਕ ਉਹਦੇ ਉਪਦੇਸ਼ 'ਤੇ ਅਮਲ ਕਰਨਾ ਹੈ, ਭਜਨ ਸਿਮਰਨ ਕਰਨਾ ਹੈ। ਇਹਦੇ ਨਾਲ ਕੀ ਹੋਏਗਾ? ਹੌਲੀ ਹੌਲੀ ਸਹਿਜੇ ਹੀ ਆਪਣੇ ਆਪ ਹੀ
ਅੰਦਰੋਂ ਸ਼ਬਦ ਧੁਨ ਪ੍ਰਗਟ ਹੋ ਜਾਏਗੀ। ਜਾਂ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਅਸੀਂ ਸ਼ਬਦ ਧੁਨ ਦੇ ਨਾਲ ਜੁੜਨ ਦੇ ਕਾਬਿਲ ਬਣ ਜਾਵਾਂਗੇ। ਔਰ ਫਿਰ ਉਸ ਸ਼ਬਦ ਧੁਨ ਦੇ ਨਾਲ ਜੁੜ ਕੇ ਕੀ ਹੋਏਗਾ? ਗਤ ਮਤ ਹਾਸਲ ਹੋ ਜਾਂਦੀ ਹੈ। ਹੁਣ ਵਿਚਾਰ ਕਰਦੇ ਹਾਂ ਕਿ ਇਹ ਸਤਿਗੁਰੂ ਕੌਣ ਹੈ ਜਿਹਦੀ ਸੇਵਾ ਕਰਨੀ ਪੈਂਦੀ ਹੈ। ਇਹ ਸਤਿਗੁਰ ਦੀ ਸੇਵਾ ਕੀ ਚੀਜ਼ ਹੈ ਜਿਹਦੇ ਨਾਲ ਸ਼ਬਦ ਧੁਨ ਪ੍ਰਗਟ ਹੁੰਦੀ ਹੈ? ਇਹ ਸ਼ਬਦ ਧੁਨ ਕੀ ਚੀਜ਼ ਹੈ ਜੋ ਜਿਹਦੇ ਕਰਕੇ ਇਹ ਗਤਮਤ ਹਾਸਲ ਹੁੰਦੀ ਹੈ? ਅਤੇ ਇਹ ਗਤਮਤ ਕੀ ਚੀਜ਼ ਹੈ ਜੋ ਇੰਨੀ ਸਟੈਪਸ ਨਿਕਲਣ ਤੋਂ ਬਾਅਦ ਹਾਸਲ ਹੁੰਦੀ ਹੈ? ਤਾਂ ਸੰਤ ਮਹਾਤਮਾ ਇਹਨਾਂ ਸਾਰੀਆਂ ਗੱਲਾਂ ਬਾਰੇ ਸਾਨੂੰ ਖੋਲ੍ਹ ਕੇ ਸਮਝਾਉਂਦੇ ਹਨ। ਸ਼ੁਰੂਆਤ ਕਰਦੇ ਹਾਂ ਗਤ ਤੋਂ। ਗਤ ਦਾ ਕੀ ਮਤਲਬ ਹੈ? ਗਤੀ, ਮੁਕਤੀ, ਆਜ਼ਾਦੀ, ਮਨ ਮਾਇਆ ਦੇ ਦਾਇਰੇ ਤੋਂ ਪਾਰ ਜਾਣਾ ਹੈ। ਆਮ ਜਦੋਂ ਦੁਨੀਆ ਦੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਅਕਸਰ ਲੋਕ ਆਪਸ ਦੇ ਵਿੱਚ ਗੱਲਾਂ ਕਰਦੇ ਹਨ ਕਿ ਇਹਦੀ ਗਤੀ ਕਰਵਾਉਣ ਜਾਣਾ, ਇਹਨੂੰ ਮੁਕਤੀ ਦਿਲਵਾਣੀ ਹੈ। ਪਰ ਸੰਤ ਮਤ ਦੇ ਵਿੱਚ ਕੀ ਦੱਸਿਆ ਜਾਂਦਾ ਹੈ? ਹਰ ਇਨਸਾਨ ਨੂੰ ਆਪਣੀ ਗਤੀ ਖੁਦ ਕਰਵਾਉਣੀ ਪੈਂਦੀ ਹੈ। ਆਪਣੀ ਮੁਕਤੀ ਦਾ ਉਪਰਾਲਾ ਖੁਦ ਕਰਨਾ ਪੈਂਦਾ ਹੈ। ਇਨਸਾਨ ਨੂੰ ਮੁਕਤੀ ਕਿੱਥੇ ਜਾ ਕੇ ਮਿਲਦੀ ਹੈ? ਮਹਾਤਮਾ ਦੱਸਦੇ ਹਨ ਸਹਿਜ ਅਵਸਥਾ ਦੇ ਵਿੱਚ। ਅਤੇ ਸਹਿਜ ਅਵਸਥਾ ਕਿੱਥੇ ਹੈ? ਤੀਸਰੀ ਪਾਤਸ਼ਾਹੀ ਜੀ ਦੱਸਦੇ ਹਨ ਕਿ ਤ੍ਰੈ ਗੁਣਾ ਵਿੱਚ ਸਹਿਜ ਨਾ ਪਾਈਐ, ਤ੍ਰੈ ਗੁਣ ਪਰਮ ਭੁਲਾਏ। ਕਹਿੰਦੇ ਤਿੰਨਾਂ ਗੁਣਾਂ ਤੱਕ, ਤਿੰਨਾਂ ਲੋਕਾਂ ਤੱਕ ਕਾਲ ਤੇ ਮਾਇਆ ਦਾ ਰਾਜ ਹੈ। ਚੌਥੇ ਪਦ ਮੇਂ ਸਹਿਜ ਹੈ, ਗੁਰਮੁਖ ਪੱਲੇ ਪਾਏ। ਜਦੋਂ ਕੋਈ ਜੀਵ ਗੁਰਮੁਖਾਂ ਦੇ ਸਮਝਾਉਣ ਦੇ ਮੁਤਾਬਿਕ ਤਿੰਨਾਂ ਲੋਕਾਂ ਤੋਂ ਪਾਰ, ਬ੍ਰਹਮ ਤੋਂ ਪਾਰ, ਪਾਰ ਬ੍ਰਹਮ ਦੇ ਵਿੱਚ ਪਹੁੰਚਦਾ ਹੈ, ਸਹਿਜ ਅਵਸਥਾ ਦੇ ਵਿੱਚ ਪਹੁੰਚਦਾ ਹੈ, ਫਿਰ ਉਹਨੂੰ ਮਾਇਆ ਦੀ ਇਸ ਜੇਲ੍ਹਖਾਨੇ ਦੇ ਵਿੱਚੋਂ ਮੁਕਤੀ ਮਿਲਦੀ ਹੈ। ਫਿਰ ਉਹਨੂੰ ਸੱਚੀ ਆਜ਼ਾਦੀ ਹਾਸਲ ਹੁੰਦੀ ਹੈ। ਅਤੇ ਮਤ ਦਾ ਕੀ ਮਤਲਬ ਹੈ? ਸੰਤ ਮਤ ਦੇ ਵਿੱਚ ਮਤ ਕਿਹਾ ਜਾਂਦਾ ਹੈ ਸੁਮਤ ਨੂੰ, ਨੇਕ ਬੁੱਧੀ ਨੂੰ, ਗਿਆਨ ਦਾ ਹੋ ਜਾਣਾ, ਭਲੇ ਬੁਰੇ ਦੀ ਪਹਿਚਾਣ ਹੋ ਜਾਣੀ, ਸਹੀ ਔਰ ਗਲਤ ਦਾ ਨਿਰਣਾ ਕਰ ਸਕਣ ਦੀ ਸਮਰੱਥਾ ਆ ਜਾਣੀ, ਜੋ ਕਿ ਸੰਤ ਮਤ ਦੇ ਰਾਹ 'ਤੇ ਚਲਦੇ ਚਲਦੇ ਆਪਣੇ ਆਪ ਹੀ ਹਾਸਲ ਹੋ ਜਾਂਦੀ ਹੈ। ਮਿਸਾਲ ਦੇ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਘਰ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਹੁੰਦਾ ਹੈ। ਜਦੋਂ ਬੱਚਾ ਛੋਟਾ ਹੁੰਦਾ ਹੈ ਉਹਨੂੰ ਕਿਸੇ ਗੱਲ ਦੀ ਕੋਈ ਸਮਝ ਨਹੀਂ ਹੁੰਦੀ, ਬਿਲਕੁਲ ਬੇਸਮਝ ਹੁੰਦਾ। ਉਹਨੂੰ ਆਪਣੇ ਪਰਾਏ ਦਾ, ਸੱਚ ਝੂਠ ਦਾ, ਭਲੇ ਬੁਰੇ ਦਾ ਕੁਛ ਵੀ ਨਹੀਂ ਪਤਾ ਹੁੰਦਾ। ਪਰ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ, ਕੁਛ ਪੜ੍ਹ ਲਿਖ ਕੇ, ਕੁਛ ਮਾਂ ਬਾਪ ਦੇ ਸਮਝਾਉਣ ਦੇ ਨਾਲ, ਕੁਛ ਦੁਨੀਆ ਨੂੰ ਦੇਖ ਕੇ, ਜ਼ਿੰਦਗੀ ਦੇ ਨਿੱਜੀ ਤਜਰਬਿਆਂ ਦੇ ਆਧਾਰ 'ਤੇ ਉਹਨੂੰ ਕਾਫੀ ਕੁਛ ਸਮਾਜ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਜਿਵੇਂ ਜੀਵ ਸੰਤ ਮਤ ਦੇ ਵਿੱਚ ਵੱਡਾ ਹੁੰਦਾ ਜਾਂਦਾ ਹੈ, ਯਾਨੀ ਗੁਰੂ ਦੇ ਸਤਸੰਗ ਨੂੰ ਸੁਣ ਕੇ, ਧਾਰਮਿਕ ਕਿਤਾਬਾਂ ਨੂੰ ਪੜ੍ਹ ਕੇ, ਭਜਨ ਸਿਮਰਨ ਕਰਕੇ ਹੌਲੀ ਹੌਲੀ ਇਹ ਅਵਸਥਾ ਬਣ ਜਾਂਦੀ ਹੈ ਕਿ ਫਿਰ ਉਹਨੂੰ ਆਪਣੇ ਪਰਾਏ ਦਾ, ਸੱਚ ਝੂਠ ਦਾ, ਭਲੇ ਬੁਰੇ ਦਾ ਔਰ ਜ਼ਿੰਦਗੀ ਦੇ ਅਸਲੀ ਮਕਸਦ ਦਾ, ਇੱਥੇ ਆਉਣ ਦਾ ਕਾਰਨ ਕੀ ਹੈ, ਮਕਸਦ ਕੀ ਹੈ ਜ਼ਿੰਦਗੀ ਦਾ, ਇਹਨਾਂ ਸਾਰੀਆਂ ਗੱਲਾਂ ਬਾਰੇ ਉਹਨੂੰ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਫਿਰ ਇਨਸਾਨ ਉਹ ਕੰਮ ਬਿਲਕੁਲ ਵੀ ਨਹੀਂ ਕਰਦਾ ਜਿਹਦੇ ਨਾਲ ਉਹ ਮਾਇਆ ਦੇ ਇਸ ਜੇਲ੍ਹਖਾਨੇ ਦੇ ਵਿੱਚ ਕੈਦੀ ਬਣ ਕੇ ਰਹਿ ਸਕੇ। ਹੁਣ ਇਹ ਅਵਸਥਾ ਬਣਦੀ ਕਿਸ ਤਰ੍ਹਾਂ ਹੈ? ਹਜ਼ੂਰ ਮਹਾਰਾਜ ਜੀ ਅਕਸਰ ਬਾਣੀ ਦੇ ਜ਼ਰੀਏ ਸਮਝਾਉਂਦੇ ਹੁੰਦੇ ਸਨ ਕਿ ਜਿਨ ਅੰਤਰ ਸ਼ਬਦ ਆਪ ਪਛਾਣੇ, ਗਤ ਮਿਤ ਤਿਨ ਹੀ ਪਾਏ। ਕਿ ਜੋ ਆਪਣੇ ਅੰਦਰੋਂ ਸ਼ਬਦ ਦੇ ਨਾਲ ਜੁੜ ਜਾਂਦੇ ਨੇ, ਸ਼ਬਦ ਨੂੰ ਪਛਾਣ ਲੈਂਦੇ ਨੇ, ਉਹ ਮਨ ਮਾਇਆ ਦੇ ਦਾਇਰੇ ਤੋਂ ਪਾਰ ਚਲੇ ਜਾਂਦੇ ਨੇ, ਆਪਣੇ ਆਪ ਨੂੰ ਪਹਿਚਾਣ ਲੈਂਦੇ ਨੇ, ਉਸ ਪਰਮਾਤਮਾ ਨੂੰ ਪਹਿਚਾਨਣ ਦੇ ਉਹ ਕਾਬਿਲ ਬਣ ਜਾਂਦੇ ਨੇ। ਵਿਚਾਰ ਕਰਦੇ ਹਾਂ ਕਿ ਇਹ ਸ਼ਬਦ ਧੁਨ ਕੀ ਚੀਜ਼ ਹੈ
ਜਿਸ ਦੇ ਜ਼ਰੀਏ ਅਸੀਂ ਮਨ ਮਾਇਆ ਦੇ ਦਾਇਰੇ ਤੋਂ ਪਾਰ ਜਾ ਸਕਦੇ ਹਾਂ। ਵੈਸੇ ਸ਼ਬਦ ਇੱਕ ਐਸਾ ਵਿਸ਼ਾ ਹੈ ਜਿਹਨੂੰ ਲਫ਼ਜ਼ਾਂ ਦੇ ਵਿੱਚ ਬਿਆਨ ਤਾਂ ਬਿਲਕੁਲ ਵੀ ਕੀਤਾ ਨਹੀਂ ਜਾ ਸਕਦਾ, ਪਰ ਫਿਰ ਵੀ ਪਹਿਲੀ ਪਾਤਸ਼ਾਹੀ ਜੀ ਨੇ ਸਾਨੂੰ ਸਮਝਾਉਣ ਲਈ ਬੜਾ ਖੋਲ੍ਹ ਕੇ ਬਾਣੀ ਦੇ ਵਿੱਚ ਦੱਸਿਆ ਕਿ ਆਪਿਨੈ ਆਪ ਸਾਜਿਓ ਆਪਿਨੈ ਰਚਿਓ ਨਾਉ, ਦੂਈ ਕੁਦਰਤ ਸਾਜਿਆ ਕਰ ਆਸਨ ਡਿੱਠਾ ਚਾਓ। ਕਹਿੰਦੀ ਲੱਖਾਂ ਕਰੋੜਾਂ ਸਾਲ ਪਹਿਲਾਂ ਜਦੋਂ ਇਸ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਹੋਈ ਤਾਂ ਉਸ ਵਕਤ ਇੱਥੇ ਕੁਝ ਵੀ ਨਹੀਂ ਸੀ। ਇਹ ਧਰਤੀ, ਆਕਾਸ਼, ਖੰਡ, ਬ੍ਰਹਿਮੰਡ ਕੁਛ ਵੀ ਨਹੀਂ ਸੀ, ਸਭ ਤੰਦੂਕਾਰ ਸੀ। ਉਹ ਮਾਲਕ ਵੀ ਗੁਪਤ ਸੀ, ਸੁੰਨ ਸਮਾਧ ਦੇ ਵਿੱਚ ਲੀਨ ਸੀ। ਇੱਕ ਦਿਨ ਉਸ ਮਾਲਕ ਦੇ ਅੰਦਰ ਇਸ ਸ੍ਰਿਸ਼ਟੀ ਦੀ ਰਚਨਾ ਕਰਨ ਦੀ ਮੌਜ ਉੱਠੀ। ਉਹਨੇ ਕੀ ਕੀਤਾ? ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸ਼ਬਦ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ, ਕਿਉਂਕਿ ਉਹ ਖੁਦ ਵੀ ਸੁੰਨ ਸਮਾਧ ਦੇ ਵਿੱਚ ਸੀ, ਗੁਪਤ ਸੀ। ਔਰ ਫਿਰ ਇਸ ਸ਼ਬਦ ਦੇ ਜ਼ਰੀਏ ਉਹਨੇ ਇਹ ਸਾਰੀ ਕਾਇਨਾਤ ਦੀ ਰਚਨਾ ਕੀਤੀ। ਨਾਮੇ ਹੀ ਤੇ ਸਭ ਕੁਛ ਹੁਆ। ਅਤੇ ਉਸੀ ਸ਼ਬਦ ਜਾਂ ਨਾਮ ਦੇ ਸਹਾਰੇ ਹੀ ਉਹ ਇਸ ਸ੍ਰਿਸ਼ਟੀ ਦੀ ਪਾਲਣਾ ਵੀ ਕਰ ਰਿਹਾ ਹੈ। ਵੱਡੇ ਮਹਾਰਾਜ ਜੀ ਦੇ ਵਚਨ ਹਨ ਕਿ ਜਿਸ ਤਰ੍ਹਾਂ ਧਰਤੀ ਦੇ ਨੀਚੇ ਬਹੁਤ ਸਾਰਾ ਪਾਣੀ ਹੈ, ਪਰ ਫਿਰ ਵੀ ਦੇਖ ਰਹੇ ਹਾਂ ਕਿ ਧਰਤੀ ਕਿੰਨਾ ਬੋਝ ਸਹਿ ਰਹੀ ਹੈ। ਇਹਨੂੰ ਟਿਕਾਉਣ ਵਾਲੀ ਤਾਕਤ ਉਹ ਸ਼ਬਦ ਜਾਂ ਨਾਮ ਹੀ ਹੈ। ਅਤੇ ਇਸੀ ਧਰਤੀ ਦੇ ਉੱਪਰ ਉਹ ਆਸਮਾਨ ਟਿਕਿਆ ਹੋਇਆ ਹੈ। ਇਹਨੂੰ ਟਿਕਾਉਣ ਵਾਲੀ ਤਾਕਤ ਵੀ ਉਹ ਸ਼ਬਦ ਜਾਂ ਨਾਮ ਹੀ ਹੈ। ਅਤੇ ਮਹਾਤਮਾ ਇਹ ਵੀ ਸਾਨੂੰ ਦੱਸਦੇ ਹਨ ਕਿ ਜਿਸ ਦਿਨ ਮਾਲਕ ਨੇ ਇਸ ਸ੍ਰਿਸ਼ਟੀ ਦੇ ਵਿੱਚੋਂ ਉਸ ਸ਼ਬਦ ਨੂੰ ਕੱਢ ਲਿਆ, ਕੀ ਹੋਏਗਾ? ਉਸ ਦਿਨ ਪਰਲੋ ਮਹਾਪਰਲੋ ਹੋ ਜਾਏਗੀ। ਸਾਡੀ ਹਸਤੀ ਵੀ ਅਗਰ ਅੱਜ ਕਾਇਮ ਹੈ ਤਾਂ ਉਸੇ ਸ਼ਬਦ ਜਾਂ ਨਾਮ ਦੇ ਜ਼ਰੀਏ ਹੀ ਹੈ। ਉਹ ਮਾਲਕ ਦੀ ਤਾਕਤ ਸਾਡੇ ਅੰਦਰ ਵੀ ਮੌਜੂਦ ਹੈ। ਅੱਜ ਅਸੀਂ ਚੱਲ ਫਿਰ ਰਹੇ ਹਾਂ, ਆਪਣੇ ਆਪਣੇ ਕੰਮ ਕਾਜ ਕਰ ਰਹੇ ਹਾਂ, ਬੋਲ ਸੁਣ ਰਹੇ ਹਾਂ, ਅਤੇ ਇਹਦਾ ਕਾਰਨ ਹੀ ਇਹ ਹੈ ਕਿ ਪਰਮਾਤਮਾ ਦੀ ਉਹ ਤਾਕਤ ਸਾਡੇ ਅੰਦਰ ਕੰਮ ਕਰ ਰਹੀ ਹੈ। ਜਿਸ ਦਿਨ ਮਾਲਕ ਨੇ ਸਾਡੇ ਅੰਦਰੋਂ ਉਹ ਸ਼ਬਦ ਜਾਂ ਨਾਮ ਨੂੰ ਕੱਢ ਲਿਆ, ਉਸ ਦਿਨ ਕੀ ਹੋਏਗਾ? ਸਾਡੀ ਵੀ ਹਸਤੀ ਬਿਲਕੁਲ ਖਤਮ ਹੋ ਜਾਏਗੀ, ਯਾਨੀ ਉਸ ਦਿਨ ਸਾਡੀ ਮੌਤ ਹੋ ਜਾਏਗੀ। ਹੁਣ ਉਹ ਸ਼ਬਦ ਜਾਂ ਨਾਮ ਇਸ ਵਕਤ ਸਾਡੇ ਸਾਰਿਆਂ ਦੀਆਂ ਅੱਖਾਂ ਦੇ ਪਿੱਛੇ ਧੁਨ ਦੇ ਰੂਪ ਦੇ ਵਿੱਚ ਪਲ ਪਲ ਧੁਨਕਾਰਾਂ ਦੇ ਰਿਹਾ ਹੈ, ਜਿਸ ਬਾਰੇ ਤੁਲਸੀ ਸਾਹਿਬ ਜੀ ਨੇ ਕਿਹਾ, ਆ ਰਹੀ ਧੁਰ ਸੇ ਸਦਾ ਤੇਰੇ ਬੁਲਾਨੇ ਕੇ लिए। ਕਹਿੰਦੀ ਪਰਮਾਤਮਾ ਦੀ ਦਰਗਾਹ ਤੋਂ ਆ ਰਹੀ ਇਹ ਉਹ ਆਵਾਜ਼ ਹੈ ਜਿਸ ਦੇ ਜ਼ਰੀਏ ਉਹ ਪਰਮਾਤਮਾ ਸਾਨੂੰ ਇੱਕ ਸੰਦੇਸ਼ ਦੇ ਰਿਹਾ ਹੈ। ਕੀ ਸੰਦੇਸ਼ ਦੇ ਰਿਹਾ ਹੈ? ਤੁਮ ਘਰ ਆਵੋ ਮੇਰੇ ਮੀਤ। ਐ ਪਿਆਰੀ ਆਤਮਾ, ਆਪਣੇ ਘਰ ਵਾਪਿਸ ਆ ਜਾ। ਇਹ ਮਤਲਬ ਤੇਰਾ ਦੇਸ਼ ਨਹੀਂ ਹੈ। ਤੇਰਾ ਦੇਸ਼ ਤੇ ਸੱਚਖੰਡ ਹੈ, ਜਿੱਥੇ ਸੁੱਖ ਹੀ ਸੁੱਖ ਹੈ, ਸ਼ਾਂਤੀ ਹੀ ਸ਼ਾਂਤੀ ਹੈ। ਵਿਚਾਰ ਕਰਦੇ ਹਾਂ ਕਿ ਅਗਰ ਮਾਲਕ ਦੀ ਉਹ ਆਵਾਜ਼, ਉਹ ਸ਼ਬਦ ਸਾਡੇ ਅੰਦਰ ਪਲ ਪਲ ਧੁਨਕਾਰਾਂ ਦੇ ਰਿਹਾ ਹੈ, ਤਾਂ ਫਿਰ ਸਾਨੂੰ ਅੱਜ ਤੱਕ ਉਹ ਸ਼ਬਦ ਸੁਣਾਈ ਕਿਉਂ ਨਹੀਂ ਦਿੱਤਾ? ਜਾਂ ਅਸੀਂ ਫਿਰ ਇੱਥੇ ਯੁਗਾਂ ਯੁਗਾਂ ਤੋਂ ਕਿਉਂ ਕੈਦੀ ਬਣੇ ਬੈਠੇ ਹਾਂ? ਅਸਲ ਦੇ ਵਿੱਚ ਆਪਣੀ ਆਪ ਅਸੀਂ ਉਸ ਸ਼ਬਦ ਧੁਨ ਦੇ ਨਾਲ ਨਹੀਂ ਜੁੜ ਸਕਾਂਗੇ, ਬਲਕਿ ਚੌਥੀ ਪਾਤਸ਼ਾਹੀ ਜੀ ਨੇ ਕਿਹਾ ਕਿ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ। ਕਹਿੰਦੇ ਉਹ ਨਾਮ ਇੱਕ ਐਸਾ ਅਨਮੋਲ ਹੀਰਾ ਹੈ ਜੋ ਕਿ ਸਿਰਫ ਪੂਰੇ ਸਤਿਗੁਰੂ ਤੋਂ ਹੀ ਮਿਲ ਸਕਦਾ ਹੈ। ਵਿਚਾਰ ਕਰਦੇ ਹਾਂ, ਇਹ ਸਤਿਗੁਰੂ ਕੌਣ ਹੈ ਜੋ ਸਾਡੇ ਅੰਦਰ ਪਈ ਚੀਜ਼ ਨੂੰ ਸਾਨੂੰ ਦੇ ਸਕਦਾ? ਅਸੀਂ ਆਪਣੇ ਆਪ ਨਹੀਂ ਲੈ ਸਕਦੇ। ਅਸੀਂ ਸਤਿਗੁਰ ਦੀ ਹਸਤੀ ਬਾਰੇ ਭਲਾ ਕੀ ਜਾਣ ਸਕਦੇ ਹਾਂ? ਇੱਕ ਛੋਟੀ ਜਿਹੀ ਕੀੜੀ ਇਹ ਕਹਿ ਦੇ ਕਿ ਮੈਂ ਪਹਾੜ ਦਾ ਕੱਦ ਨਾਪਣ ਚੱਲੀ ਹਾਂ, ਤਾਂ ਇੱਕ ਹਾਸੇ ਵਾਲੀ ਗੱਲ ਹੋਏਗੀ। ਠੀਕ ਉਸੇ ਤਰ੍ਹਾਂ ਤਨ ਮਨ ਦੇ ਪਿੰਜਰੇ ਦੇ ਵਿੱਚ ਕੈਦ ਅਸੀਂ ਬੇਬਸ ਜੀਵ,
ਭਲਾ ਆਪਣੀ ਸਤਿਗੁਰ ਦੀ ਹਸਤੀ ਬਾਰੇ ਕੀ ਜਾਣ ਸਕਦੇ ਹਾਂ? ਹਾਂ, ਪੰਜਵੀਂ ਪਾਤਸ਼ਾਹੀ ਜੀ ਜ਼ਰੂਰ ਦੱਸ ਰਹੇ ਨੇ ਕਿ ਸਤਿਗੁਰੂ ਕਿਸ ਹਸਤੀ ਦਾ ਮਾਲਿਕ ਹੈ। ਕਹਿੰਦੇ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਸਤਿਗੁਰੂ ਉਹ ਹਸਤੀ ਹੈ ਜੋ ਸੱਚ ਦੇ ਨਾਲ, ਸ਼ਬਦ ਦੇ ਨਾਲ ਇੱਕਮਿਕ ਹੋ ਚੁੱਕਿਆ ਹੈ। ਪਰਮਾਤਮਾ ਦੇ ਨਾਲ ਉਹ ਮਿਲ ਚੁੱਕਿਆ ਹੈ ਅਤੇ ਸਾਨੂੰ ਪਰਮਾਤਮਾ ਦੇ ਨਾਲ ਮਿਲਾਉਣ ਦੀ ਸਮਰੱਥਾ ਰੱਖਦਾ ਹੈ। ਲੇਕਿਨ ਕਿਸ ਤਰ੍ਹਾਂ ਮਿਲਾਉਂਦਾ ਹੈ ਉਹ ਸਾਨੂੰ ਪਰਮਾਤਮਾ ਦੇ ਨਾਲ? ਇਹਦੇ ਲਈ ਇੱਕ ਕੰਮ ਕਰਨਾ ਪੈਂਦਾ ਹੈ, ਜੋ ਕਿ ਚੌਥੀ ਪਾਤਸ਼ਾਹੀ ਜੀ ਦੱਸ ਰਹੇ ਹਨ ਕਿ ਸਤਿਗੁਰ ਸੇਵੇ ਲੱਗਿਆ ਕੱਢ ਰਤਨ ਦੇਵੇ ਪਰਗਾਸ। ਜਦੋਂ ਅਸੀਂ ਸਤਿਗੁਰ ਦੀ ਸੇਵਾ ਦੇ ਵਿੱਚ ਲੱਗਦੇ ਹਾਂ ਤਾਂ ਫਿਰ ਉਹ ਸ਼ਬਦ ਦੇ ਨਾਲ ਸਾਨੂੰ ਅੰਦਰੋਂ ਜੋੜ ਦਿੰਦਾ ਹੈ। ਗੁਰੂ ਸਾਹਿਬ ਵੀ ਇਸ ਕੜੀ ਦੇ ਵਿੱਚ ਸਾਨੂੰ ਇਹੀ ਗੱਲ ਸਮਝਾ ਰਹੇ ਸੀ ਕਿ ਸਤਿਗੁਰ ਸੇਵੇ ਤਾਂ ਸਹਿਜ ਧੁਨ ਉਪਜੇ। ਹੁਣ ਵਿਚਾਰ ਕਰਦੇ ਹਾਂ ਕਿ ਇਹ ਸਤਿਗੁਰ ਦੀ ਸੇਵਾ ਕੀ ਚੀਜ਼ ਹੈ। ਤਾਂ ਪੰਜਵੀਂ ਪਾਤਸ਼ਾਹੀ ਜੀ ਦੱਸਦੇ ਹਨ ਕਿ ਸੰਤ ਕੀ ਸੇਵਾ ਨਾਮ ਧਿਆਈਐ। ਗੁਰੂ ਦੇ ਦਿੱਤੇ ਨਾਮ ਦੀ ਕਮਾਈ ਕਰਨਾ, ਉਹਦੇ ਉਪਦੇਸ਼ 'ਤੇ ਅਮਲ ਕਰਨਾ, ਭਜਨ ਸਿਮਰਨ ਕਰਨਾ, ਸੰਤ ਮਤ ਦੇ ਅਸੂਲਾਂ 'ਤੇ ਚੱਲਣਾ, ਇਹੀ ਸਤਿਗੁਰ ਦੀ ਸੱਚੀ ਸੁੱਚੀ ਅਤੇ ਸਭ ਤੋਂ ਉੱਚੀ ਸੇਵਾ ਹੈ। ਕਿਉਂਕਿ ਇਹੀ ਸੇਵਾ ਸਾਨੂੰ ਉਸ ਕੁਲ ਮਾਲਕ ਦੇ ਨਾਲ ਮਿਲਵਾ ਸਕਦੀ ਹੈ, ਮਾਇਆ ਦੀ ਇਸ ਜੇਲ੍ਹ ਖਾਨੇ 'ਚੋਂ ਆਜ਼ਾਦੀ ਦਿਲਵਾ ਸਕਦੀ ਹੈ। ਲੇਕਿਨ ਹੁਣ ਸੰਤਾਂ ਮਹਾਤਮਾਵਾਂ ਦੇ ਸਮਝਾਉਣ ਦਾ ਮਤਲਬ ਇੱਥੇ ਅਸੀਂ ਇਹ ਬਿਲਕੁਲ ਵੀ ਸਮਝ ਨਹੀਂ ਲੈਣਾ ਕਿ ਬਾਹਰਲੀ ਸੇਵਾ ਦੀ ਕੋਈ ਮਹੱਤਤਾ ਨਹੀਂ ਹੈ ਜਾਂ ਇਹਦੀ ਕੋਈ ਜ਼ਰੂਰਤ ਨਹੀਂ ਹੈ। ਬਾਹਰਲੀ ਸੇਵਾ ਵੀ ਬਹੁਤ ਮੁਬਾਰਕ ਹੈ। ਜਿਹਨੂੰ ਮੌਕਾ ਮਿਲਦਾ ਔਰ ਜਿਹੜਾ ਕਰ ਸਕਦਾ ਉਹਨੂੰ ਜ਼ਰੂਰ ਕਰਨੀ ਚਾਹੀਦੀ ਹੈ। ਵੈਸੇ ਵੀ ਆਪਾਂ ਇਸ ਵਕਤ ਦੇਖ ਰਹੇ ਹਾਂ ਕਿ ਇਹ ਜੋ ਮਹਾਂਮਾਰੀ ਫੈਲੀ ਹੈ, ਜੋ ਕੋਈ ਵੀ ਸੰਸਥਾ ਸੇਵਾ ਦੇ ਵਿੱਚ ਲੱਗੀ ਹੋਈ ਹੈ, ਕਿੰਨੀ ਉਹਨੂੰ ਵਡਿਆਈ ਮਿਲ ਰਹੀ ਹੈ, ਕਿੰਨੀ ਪ੍ਰਸ਼ੰਸਾ ਹੋ ਰਹੀ ਹੈ। ਔਰ ਵੈਸੇ ਵੀ ਭਾਈ ਗੁਰਦਾਸ ਜੀ ਨੇ ਬਾਣੀ ਦੇ ਵਿੱਚ ਦੱਸਿਆ ਹੈ ਕਿ ਵਿਨ ਸੇਵਾ ਤ੍ਰਿਗ ਹੱਥ ਪੈਰ। ਕਹਿੰਦੇ ਉਹ ਹੱਥ ਪੈਰ ਵੀ ਸ਼ੋਭਾ ਪਾਉਂਦੇ ਨੇ ਜੋ ਗੁਰੂ ਘਰ ਦੀ ਸੇਵਾ ਦੇ ਵਿੱਚ ਲੱਗਦੇ ਨੇ। ਪਰ ਇਹ ਜ਼ਰੂਰ ਯਾਦ ਰੱਖਣਾ ਕਿ ਗੁਰੂ ਦੀ ਸੇਵਾ ਸਿਰਫ ਭਜਨ ਸਿਮਰਨ ਹੈ। ਸੋ ਜਦੋਂ ਗੁਰੂ ਦੇ ਉਪਦੇਸ਼ 'ਤੇ ਅਮਲ ਕਰਦੇ ਜਾਂਦੇ ਹਾਂ ਤਾਂ ਫਿਰ ਅੰਦਰੋਂ ਉਹ ਸੱਚਾ ਨਾਮ ਪ੍ਰਗਟ ਹੋ ਜਾਂਦਾ ਹੈ, ਜਿਸ ਦਾ ਇਸ਼ਾਰਾ ਗੁਰੂ ਸਾਹਿਬ ਇੱਥੇ ਦੇ ਰਹੇ ਹਨ ਕਿ ਹਰ ਕਾ ਨਾਮ ਸੱਚਾ ਮਨ ਵਸਿਆ, ਨਾਮੇ ਨਾਮ ਸਮਾਏ। ਕਹਿੰਦੇ ਉਹ ਹਰੀ ਦਾ ਸੱਚਾ ਨਾਮ ਅੰਦਰ ਵਸ ਜਾਂਦਾ, ਉਹਦੇ ਨਾਲ ਸਾਡੀ ਲਿਵ ਜੁੜ ਜਾਂਦੀ ਹੈ ਔਰ ਫਿਰ ਉਹਦੇ ਜ਼ਰੀਏ ਨਾਮੀ ਦੇ ਅੰਦਰ ਹੀ ਸਮਾ ਜਾਂਦੇ ਹਾਂ। ਮਨ ਮਾਇਆ ਦੇ ਦਾਇਰੇ ਤੋਂ ਪਾਰ ਚਲੇ ਜਾਂਦੇ ਹਾਂ, ਪਰਮਾਤਮਾ ਦੇ ਨਾਲ ਮਿਲਾਪ ਕਰਨ ਦੇ ਕਾਬਿਲ ਬਣ ਜਾਂਦੇ ਹਾਂ। ਫਿਰ ਸੱਚੀ ਗਤੀ ਹੁੰਦੀ ਹੈ, ਮੁਕਤੀ ਮਿਲਦੀ ਹੈ, ਆਜ਼ਾਦੀ ਮਿਲਦੀ ਹੈ। ਹੁਣ ਅਗਲੀ ਕੜੀ ਦੇ ਵਿੱਚ ਗੁਰੂ ਸਾਹਿਬ ਉਹਨਾਂ ਨੂੰ ਸਮਝਾਉਣਗੇ ਜੋ ਇਹ ਕਹਿ ਦਿੰਦੇ ਨੇ ਆਖਿਰ ਗੁਰੂ ਦੀ ਜ਼ਰੂਰਤ ਹੀ ਕੀ ਹੈ। ਜੀ ਬਿਨ ਸਤਿਗੁਰ ਸਭ ਜਗ ਬੋਰਾਨਾ, ਬਿਨ ਸਤਿਗੁਰ ਸਭ ਜਗ ਬੋਰਾਨਾ। ਮਨ ਮੁਖ ਅੰਧਾ ਸ਼ਬਦ ਨਾ ਜਾਣੇ, ਝੂਠੇ ਪਰਮ ਭੁਲਾਨਾ। ਕਈ ਵਾਰੀ ਸੰਤ ਮਹਾਤਮਾ ਸਾਡੇ ਫਾਇਦੇ ਲਈ ਸਾਨੂੰ ਸਮਝਾਉਣ ਲਈ ਕੁਝ ਐਸੇ ਲਫ਼ਜ਼ ਵਰਤਦੇ ਹਨ, ਜਿਸ ਤਰ੍ਹਾਂ ਕਿ ਗਾਫਲ, ਅਚੇਤ, ਮੂਰਖ, ਅਗਿਆਨੀ, ਬਾਵਰਾ, ਬੋਰਾ ਆਦਿ। ਗੁਰੂ ਸਾਹਿਬ ਵੀ ਇਸ ਕੜੀ ਦੇ ਵਿੱਚ ਬਾਵਰਾ ਕਹਿ ਰਹੇ ਹਨ। ਬੋਰਾ ਜਾਂ ਬਾਵਰਾ ਕਿਹਨੂੰ ਕਿਹਾ ਜਾਂਦਾ ਹੈ? ਬਾਵਰਾ ਕਿਹਾ ਜਾਂਦਾ ਹੈ ਮੂਰਖ ਨੂੰ, ਗਵਾਰ ਨੂੰ, ਪਾਗਲ ਨੂੰ, ਜੋ ਕਿ ਗੱਲ ਸੁਣਦਾ ਤੇ ਹੈ
ਪਰ ਮੰਨਦਾ ਨਹੀਂ ਹੈ, ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਹੁਣ ਇੱਥੇ ਗੁਰੂ ਸਾਹਿਬ ਕੋਈ ਉਹਨਾਂ ਨੂੰ ਪਾਗਲ ਨਹੀਂ ਕਹਿ ਰਹੇ ਜੋ ਮੈਂਟਲੀ ਅਪਸੈਟ ਨੇ ਜਾਂ ਜਿਨ੍ਹਾਂ ਨੂੰ ਕੋਈ ਦਿਮਾਗੀ ਪਰੇਸ਼ਾਨੀ ਹੈ, ਬਲਕਿ ਕਿਹਨਾਂ ਨੂੰ ਕਹਿ ਰਹੇ ਹਨ? ਬਿਨ ਸਤਿਗੁਰ ਸਭ ਜਗ ਬੁਰਾਨਾ, ਬਿਨਾਂ ਸਤਿਗੁਰ ਦੇ। ਜਾਂ ਫਿਰ ਜਿਹੜੇ ਇਹ ਕਹਿ ਦਿੰਦੇ ਨੇ ਆਖਿਰ ਗੁਰੂ ਦੀ ਜ਼ਰੂਰਤ ਹੀ ਕੀ ਹੈ, ਕਹਿੰਦੇ ਉਹ ਮੂਰਖ ਨੇ, ਉਹ ਗਵਾਰ ਨੇ, ਉਹ ਪਾਗਲ ਨੇ। ਕਿਉਂਕਿ ਜ਼ਿੰਦਗੀ ਦਾ ਜੋ ਅਸਲੀ ਮਕਸਦ ਹੈ ਉਹ ਬਿਨਾਂ ਗੁਰੂ ਤੋਂ ਪੂਰਾ ਹੋ ਹੀ ਨਹੀਂ ਸਕਦਾ। ਇਹ ਜੋ ਸਾਨੂੰ ਇਸ ਵਕਤ ਜ਼ਿੰਦਗੀ ਮਿਲੀ ਹੈ, ਇਹ ਜੋ ਇਨਸਾਨੀ ਜਾਮੇ ਦਾ ਮੌਕਾ ਮਿਲਿਆ ਹੈ, ਮਹਾਤਮਾ ਐਸਾ ਦੱਸਦੇ ਹਨ ਕਿ ਕਈ ਨਿਚਲੀਆਂ ਜੂਨੀਆਂ 'ਚ ਭਟਕਣ ਤੋਂ ਬਾਅਦ ਉਸ ਪਰਮਾਤਮਾ ਦੀ ਅਤੀ ਦਇਆ ਮਿਹਰ ਦੇ ਨਾਲ, ਬੜੇ ਵੱਡੇ ਭਾਗਾਂ ਦੇ ਨਾਲ ਥੋੜ੍ਹੇ ਜਿਹੇ ਵਕਤ ਲਈ ਸਾਨੂੰ ਇੱਕ ਐਸਾ ਮੌਕਾ ਮਿਲਿਆ ਹੈ, ਚਾਹੀਏ ਤਾਂ ਅਸੀਂ ਇਹਦੇ ਤੋਂ ਫਾਇਦਾ ਉਠਾ ਸਕਦੇ ਹਾਂ। ਪਰਮਾਤਮਾ ਦੀ ਭਗਤੀ ਕਰਕੇ, ਪਰਮਾਤਮਾ ਦੇ ਨਾਲ ਮਿਲਾਪ ਕਰਕੇ ਸਦਾ ਸਦਾ ਦੇ ਲਈ ਅਸੀਂ ਸੁਖੀ ਹੋ ਸਕਦੇ ਹਾਂ। ਔਰ ਇਹ ਕੰਮ ਬਿਨਾਂ ਗੁਰੂ ਤੋਂ ਹੋ ਹੀ ਨਹੀਂ ਸਕੇਗਾ, ਕਿਉਂਕਿ ਤੀਸਰੀ ਪਾਤਸ਼ਾਹੀ ਜੀ ਦੱਸਦੇ ਹਨ ਇਸ ਦਾ ਕਾਰਨ, ਸਮਝਾਉਂਦੇ ਨੇ ਕਿ ਸੱਚੇ ਸ਼ਬਦ ਸੱਚੀ ਪਤ ਹੋਈ, ਬਿਨ ਨਾਮੈ ਮੁਕਤ ਨਾ ਪਾਵੇ ਕੋਈ, ਬਿਨ ਸਤਿਗੁਰ ਕੋ ਨਾਉ ਨਾ ਪਾਏ, ਪ੍ਰਭ ਐਸੀ ਬਣਤ ਬਣਾਈ ਹੈ। ਕਹਿੰਦੇ ਨਾਮ ਤੋਂ ਬਿਨਾਂ ਮੁਕਤੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਅਤੇ ਸਤਿਗੁਰ ਤੋਂ ਬਿਨਾਂ ਨਾਮ ਵੀ ਹਾਸਲ ਨਹੀਂ ਹੋ ਸਕਦਾ। ਕਿਸੇ ਇਨਸਾਨ ਦਾ ਬਣਾਇਆ ਹੋਇਆ ਇਹ ਕਾਨੂੰਨ ਵੀ ਨਹੀਂ ਹੈ। ਪ੍ਰਭ ਐਸੀ ਬਣਤ ਬਣਾਈ ਹੈ, ਇਹ ਉਸ ਕੁਲ ਮਾਲਕ ਦਾ ਆਪਣਾ ਹੀ ਬਣਾਇਆ ਹੋਇਆ ਕਾਨੂੰਨ ਹੈ। ਪਰਮਾਤਮਾ ਦੇ ਬਣਾਏ ਇਸ ਕਾਨੂੰਨ ਨੂੰ ਨਾ ਤਾਂ ਕੋਈ ਇਨਸਾਨ ਬਦਲ ਸਕਦਾ ਹੈ ਅਤੇ ਨਾ ਇਹਨੂੰ ਤੋੜ ਕੇ ਉਹਦੇ ਨਾਲ ਹੀ ਮਿਲਾਪ ਕਰ ਸਕਦਾ ਹੈ। ਇਸ ਲਈ ਕਿਸੇ ਸੰਤ ਮਹਾਤਮਾ ਦੀ ਬਾਣੀ ਨੂੰ ਪੜ੍ਹ ਕੇ ਦੇਖ ਲਈਏ, ਸਾਰਿਆਂ ਨੇ ਗੁਰੂ ਦੀ ਜ਼ਰੂਰਤ 'ਤੇ ਜ਼ੋਰ ਦੇ ਕੇ ਸਮਝਾਇਆ ਹੀ ਸਮਝਾਇਆ ਹੈ। ਹੁਣ ਜਿੰਨੀ ਗੁਰੂ ਦੀ ਜ਼ਰੂਰਤ ਹੈ, ਇਸ ਤੋਂ ਵੀ ਜ਼ਿਆਦਾ ਇਹ ਵੀ ਇਹਦੇ ਲਈ ਅਹਿਮੀਅਤ ਹੈ ਕਿ ਗੁਰੂ ਵੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਕਿਉਂਕਿ ਕਬੀਰ ਸਾਹਿਬ ਜੀ ਸੁਚੇਤ ਕਰ ਰਹੇ ਹਨ ਕਿ ਗੁਰੂ ਗੁਰੂ ਮੇਂ ਭੇਦ ਹੈ, ਗੁਰੂ ਗੁਰੂ ਮੇਂ ਭਾਉ। ਕਹਿੰਦੇ ਗੁਰੂ ਗੁਰੂ ਦੇ ਵਿੱਚ ਵੀ ਬੜਾ ਫਰਕ ਹੁੰਦਾ ਹੈ। ਅਸੀਂ ਸਭ ਨੂੰ ਨਮਸਕਾਰ ਕਰਦੇ ਹਾਂ, ਲੇਕਿਨ ਫਿਰ ਵੀ ਸੱਚ ਇਹੀ ਹੈ ਕਿ ਹਰ ਗੁਰੂ ਪਰਮਾਤਮਾ ਦੇ ਨਾਲ ਨਹੀਂ ਮਿਲਵਾ ਸਕਦਾ। ਉਹੀ ਮਿਲਵਾ ਸਕਦਾ ਜੋ ਉਹਦੇ ਨਾਲ ਖੁਦ ਮਿਲਿਆ ਹੋਏ। ਇਸ ਲਈ ਪੂਰੇ ਗੁਰੂ ਦੀ ਤਲਾਸ਼ ਵੀ ਬਹੁਤ ਜ਼ਰੂਰੀ ਹੈ। ਕਬੀਰ ਸਾਹਿਬ ਜੀ ਨੇ ਇਹ ਵੀ ਗੱਲ ਕਹੀ ਹੈ ਕਿ ਸਿੰਹੋਂ ਕੇ ਲਹਿੜੇ ਨਹੀਂ, ਹੰਸੋਂ ਕੇ ਨਹੀਂ ਪਾਤ, ਲਾਲੂ ਕੀ ਨਹੀਂ ਬੋਰੀਆਂ, ਸਾਧ ਨਾ ਚਲੇ ਜਮਾਤ। ਜਿਸ ਤਰ੍ਹਾਂ ਕਹਿੰਦੇ ਕਦੇ ਵੀ ਸ਼ੇਰਾਂ ਦੇ ਝੁੰਡ ਨਹੀਂ ਹੁੰਦੇ, ਹੰਸਾਂ ਦੀਆਂ ਡਾਰਾਂ ਨਹੀਂ ਹੁੰਦੀਆਂ, ਹੀਰਿਆਂ ਦੀਆਂ ਬੋਰੀਆਂ ਵੀ ਨਹੀਂ ਹੁੰਦੀਆਂ, ਉਸੇ ਤਰ੍ਹਾਂ ਪੂਰਨ ਸੰਤਾਂ ਦੀਆਂ ਕਹਿੰਦੇ ਕਦੇ ਟੋਲੀਆਂ ਨਹੀਂ ਹੁੰਦੀਆਂ। ਉਹ ਟੋਲੀਆਂ ਦੇ ਵਿੱਚ ਨਹੀਂ ਘੁੰਮਦੇ, ਬਲਕਿ ਉਹ ਤਾਂ ਵਿਰਲੇ ਹੁੰਦੇ ਨੇ, ਕਿਤੇ ਕਿਤੇ ਹੀ ਹੁੰਦੇ ਨੇ। ਔਰ ਐਸੇ ਗੁਰੂ ਦੀ ਪਹਿਚਾਣ ਬਾਰੇ ਪਹਿਲੀ ਪਾਤਸ਼ਾਹੀ ਜੀ ਨੇ ਬਾਣੀ ਦੇ ਵਿੱਚ ਸਾਫ਼-ਸਾਫ਼ ਦੱਸਿਆ ਹੈ ਕਿ ਕਰਮੀ ਕਰ ਦਿਖਾਈ ਦੇ, ਸੋ ਸਤਿਗੁਰ ਪੁਰਖ ਸੁਜਾਨ, ਪੰਚ ਸ਼ਬਦ ਧੁਨ ਕਰ ਧੁਨ, ਤਹਿ ਬਾਜੇ ਸ਼ਬਦ ਨਿਸ਼ਾਨ। ਕਹਿੰਦੇ ਜਿਹੜਾ ਗੁਰੂ ਪੰਜ ਸ਼ਬਦ ਦਾ ਭੇਦ ਦੇ ਕੇ ਸਰੀਰ ਰੂਪੀ ਘਰ ਦੇ ਅੰਦਰੋਂ ਹੀ ਪਰਮਾਤਮਾ ਦਾ ਕਰ ਦਿਖਾ ਦੇ, ਪਰਮਾਤਮਾ ਦੇ ਨਾਲ ਮਿਲਾਪ ਕਰਵਾ ਦੇ, ਐਸੇ ਗੁਰੂ ਦੀ ਕਹਿੰਦੇ ਸ਼ਰਨ ਦੇ ਵਿੱਚ ਜਾਣਾ ਹੈ। ਠੀਕ ਸਵਾਮੀ ਜੀ ਨੇ ਵੀ ਇਹੀ ਪਹਿਚਾਨ ਦੱਸੀ ਹੈ ਕਿ ਘਰ ਮੇਂ ਘਰ ਗੁਰੂ ਦਿਖਲਾਵੇ, ਧੁਨ ਸ਼ਬਦ ਪਾਂਚ ਬਤਲਾਵੇ। ਸੋ ਐਸਾ ਗੁਰੂ ਮਿਲ ਜਾਏ ਤਾਂ ਸਮਝੋ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਬੜੇ ਉੱਚੇ ਭਾਗਾਂ ਦੀ ਨਿਸ਼ਾਨੀ ਹੈ। ਹੁਣ ਸੰਤਾਂ ਮਹਾਤਮਾਵਾਂ ਦੇ ਇੰਨਾ ਸਮਝਾਉਣ ਦੇ ਬਾਵਜੂਦ ਹੈ, ਫਿਰ ਵੀ ਅਗਰ ਕੋਈ ਇਹ ਕਹਿ ਦਿੰਦਾ ਹੈ ਕਿ ਆਖਿਰ ਗੁਰੂ ਦੀ ਜ਼ਰੂਰਤ ਹੀ ਕੀ ਹੈ, ਤਾਂ ਫਿਰ ਤੀਸਰੀ ਪਾਤਸ਼ਾਹੀ ਜੀ ਬੜੇ ਪਿਆਰ ਦੇ ਨਾਲ ਸਾਨੂੰ ਇਹਦਾ ਰਿਜ਼ਲਟ ਵੀ ਦੱਸਦੇ ਨੇ
ਕਿ ਫਿਰ ਬਾਅਦ ਦੇ ਵਿੱਚ ਕੀ ਹੁੰਦਾ ਹੈ। ਸਮਝਾਉਂਦੇ ਨੇ ਕਿ ਬਾਜ ਗੁਰੂ ਜਗਤ ਬੋਰਾਨਾ, ਭੁੱਲਾ ਚੋਟਾ ਖਾਈ, ਮਰਮਰ ਜੰਮੇ ਸਦਾ ਦੁੱਖ ਪਾਏ, ਦਰ ਕੀ ਖਬਰ ਨਾ ਪਾਏ। ਕਹਿੰਦੇ ਉਹ ਬੋਰਿਆਂ ਵਾਂਗੂ ਬਿਨਾਂ ਮਕਸਦ ਦੇ ਆਪਣੀ ਜ਼ਿੰਦਗੀ ਐਵੇਂ ਹੀ ਬਿਤਾ ਕੇ ਚਲੇ ਜਾਂਦੇ ਨੇ। ਕੀ ਹੁੰਦਾ, ਬਾਰ-ਬਾਰ ਇਸ ਸੰਸਾਰ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ। ਕਦੀ ਉਹ ਆਪਣੇ ਸੱਚੇ ਘਰ ਨਹੀਂ ਪਹੁੰਚ ਪਾਉਂਦੇ, ਕਦੀ ਆਪਣੇ ਪ੍ਰੀਤਮ ਦੇ ਨਾਲ ਉਹ ਮਿਲਾਪ ਨਹੀਂ ਕਰ ਪਾਉਂਦੇ। ਬਲਕਿ ਐਸੇ ਜੀਵਾਂ ਨੂੰ ਗੁਰੂ ਸਾਹਿਬ ਬੜੇ ਅਫਸੋਸ ਦੇ ਨਾਲ ਇੱਥੇ ਮਨਮੁਖ ਕਹਿ ਕੇ ਸਮਝਾਉਂਦੇ ਹਨ ਕਿ ਮਨਮੁਖ ਅੰਧਾ ਸ਼ਬਦ ਨਾ ਜਾਣੇ, ਝੂਠੇ ਪਰਮ ਭੁਲਾਣਾ। ਕਹਿੰਦੇ ਐਸੇ ਜੀਵ ਤਾਂ ਮਨਮੁਖ ਹੁੰਦੇ ਨੇ, ਅੰਧੇ ਵੀ ਹੁੰਦੇ ਨੇ, ਯਾਨੀ ਅਗਿਆਨਤਾ ਦੇ ਹਨੇਰੇ ਦੇ ਵਿੱਚ ਉਹ ਠੋਕਰਾਂ ਖਾਂਦੇ ਰਹਿੰਦੇ ਹਨ ਔਰ ਫਿਰ ਝੂਠੇ ਪਰਮ ਦੇ ਵਿੱਚ ਫਸ ਕੇ ਆਪਣੀ ਜ਼ਿੰਦਗੀ ਐਵੇਂ ਹੀ ਵਿਅਰਥ ਹੀ ਗਵਾ ਕੇ ਚਲੇ ਜਾਂਦੇ ਹਨ। ਵਿਚਾਰ ਕਰਦੇ ਹਾਂ ਕਿ ਇਹ ਮਨਮੁਖ ਕੌਣ ਹਨ। ਸਿੱਧੀ ਜੀ ਇੱਕ ਐਗਜ਼ਾਮਪਲ ਹੈ ਕਿ ਜੋ ਆਪਣੇ ਮਨ ਦੇ ਪਿੱਛੇ ਲੱਗਦੇ ਨੇ ਉਹ ਮਨਮੁਖ ਹਨ। ਜਿਸ ਤਰ੍ਹਾਂ ਮਨ ਨੇ ਕਹਿ ਦਿੱਤਾ ਖਾਓ ਪੀਓ ਮੌਜ ਕਰੋ, ਐਸਾ ਹੀ ਕਰਨ ਲੱਗ ਗਏ। ਮਨ ਨੇ ਕਹਿ ਦਿੱਤਾ ਇਹ ਜਗ ਮਿੱਠਾ, ਅਗਲਾ ਕਿਨ ਡਿੱਠਾ, ਐਸਾ ਸਮਝਣ ਲੱਗ ਗਏ। ਜਾਂ ਫਿਰ ਮਨ ਨੇ ਇਹ ਕਹਿ ਦਿੱਤਾ ਕਿ ਬੜੀ ਜ਼ਿੰਦਗੀ ਪਈ ਹੈ, ਫਿਰ ਭਜਨ ਸਿਮਰਨ ਕਰ ਲਾਂਗੇ। ਇਹ ਵੀ ਮਨਮੁਖਤਾ ਦੀ ਹੀ ਨਿਸ਼ਾਨੀ ਹੈ, ਕਿਉਂਕਿ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਸੇ ਮਨਮੁਖ ਜੋ ਸ਼ਬਦ ਨਾ ਪਛਾਣੇ। ਸਿਰਫ ਗੁਰੂ ਕੋਲੋਂ ਨਾਮ ਲੈ ਕੇ ਕੋਈ ਗੁਰਮੁਖ ਨਹੀਂ ਬਣ ਜਾਂਦਾ। ਉਤਨੀ ਦੇਰ ਅਸੀਂ ਵੀ ਮਨਮੁਖ ਹਾਂ ਜਦ ਤੱਕ ਗੁਰੂ ਦੇ ਉਪਦੇਸ਼ 'ਤੇ ਅਮਲ ਨਹੀਂ ਕਰਦੇ, ਅੰਦਰੋਂ ਸ਼ਬਦ ਧੁਨ ਦੇ ਨਾਲ ਨਹੀਂ ਜੁੜਦੇ ਜਾਂ ਫਿਰ ਜੁੜਨ ਦੀ ਅਸੀਂ ਕੋਸ਼ਿਸ਼ ਨਹੀਂ ਕਰਦੇ। ਕਿਉਂਕਿ ਜਦ ਤੱਕ ਅਸੀਂ ਸ਼ਬਦ ਧੁਨ ਦੇ ਨਾਲ ਨਹੀਂ ਜੁੜਦੇ ਤਦ ਤੱਕ ਮਾਇਆ ਦੇ ਮੋਹ ਦਾ, ਅਗਿਆਨਤਾ ਦਾ ਹਨੇਰਾ ਕਦੇ ਦੂਰ ਨਹੀਂ ਹੋ ਸਕਦਾ, ਬਲਕਿ ਝੂਠੇ ਪਰਮ ਦੇ ਵਿੱਚ ਫਸੇ ਰਹਿੰਦੇ ਹਾਂ। ਇਹ ਪਰਮ ਕੀ ਚੀਜ਼ ਹੈ? ਤਾਂ ਮਹਾਤਮਾ ਸਮਝਾਉਂਦੇ ਨੇ ਕਿ ਜੋ ਦਿਖਾਈ ਦੇ ਰਿਹਾ ਹੈ ਇਹ ਸੱਚ ਨਹੀਂ ਹੈ, ਪਰ ਸਾਨੂੰ ਸੱਚ ਲੱਗਦਾ ਇਹ ਪਰਮ ਹੈ। ਇਸ ਸੰਸਾਰ ਦੀਆਂ ਸ਼ਕਲਾਂ ਪਦਾਰਥਾਂ ਨੂੰ ਸੱਚ ਸਮਝਣਾ ਇਹ ਪਰਮ ਹੈ। ਪਰਮਾਤਮਾ ਸੱਚ ਹੈ ਪਰ ਦਿਖਾਈ ਨਹੀਂ ਦਿੰਦਾ, ਕਿਉਂਕਿ ਪਰਮ ਦਾ ਪਰਦਾ ਪਿਆ ਹੋਇਆ ਹੈ। ਹੁਣ ਇਸ ਭਰਮ ਦੇ ਵਿੱਚ ਸਾਨੂੰ ਫਸਾਉਂਦਾ ਕੌਣ ਹੈ, ਇਸ ਬਾਰੇ ਗੁਰੂ ਸਾਹਿਬ ਅਗਲੀ ਕੜੀ ਦੇ ਵਿੱਚ ਸਮਝਾ ਰਹੇ ਹਨ ਜੀ। ਤ੍ਰੈ ਗੁਣ ਮਾਇਆ ਪਰਮ ਭੁਲਾਇਆ, ਹੋਮੈ ਬੰਧਨ ਕਮਾਈ, ਜੰਮਣ ਮਰਨ ਸਿਰ ਉਪਰ ਉਭੋ, ਗਰਭ ਜੋਨ ਦੁਖ ਪਾਈ। ਅਸੀਂ ਯੁਗਾਂ ਯੁਗਾਂ ਤੋਂ ਇੱਥੇ ਕਿਉਂ ਉਲਝੇ ਬੈਠੇ ਹਾਂ? ਤਾਂ ਸੰਤਾਂ ਮਹਾਤਮਾਵਾਂ ਨੇ ਇਹਦਾ ਕਾਰਨ ਮਾਇਆ ਦੱਸਿਆ ਹੈ। ਇਹੀ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਪਾਉ ਦੂਜਾ ਲਾਇਆ। ਮਾਇਆ ਨੇ ਕੀ ਕੀਤਾ? ਇਸ ਸੰਸਾਰ ਦੀਆਂ ਸ਼ਕਲਾਂ ਪਦਾਰਥਾਂ ਦੇ ਮੋਹ ਦੇ ਵਿੱਚ ਉਲਝਾ ਕੇ ਸਾਨੂੰ ਉਸ ਪਰਮਾਤਮਾ ਤੋਂ ਦੂਰ ਕਰਕੇ ਰੱਖ ਦਿੱਤਾ, ਪਰਮਾਤਮਾ ਦੀ ਯਾਦ ਤੱਕ ਭੁਲਾ ਕੇ ਰੱਖ ਦਿੱਤੀ ਹੈ। ਹੁਣ ਜਿਸ ਮਾਇਆ ਨੇ ਸਾਨੂੰ ਉਸ ਪਰਮਾਤਮਾ ਤੋਂ ਦੂਰ ਹੀ ਕਰਕੇ ਰੱਖ ਦਿੱਤਾ ਹੈ, ਪਲਟੂ ਸਾਹਿਬ ਜੀ ਉਸ ਮਾਇਆ ਬਾਰੇ ਕੀ ਸਮਝਾਉਂਦੇ ਨੇ ਕਿ ਮਾਇਆ ਬੜੀ ਬਹਾਦਰੀ, ਲੂਟ ਲਿਆ ਸੰਸਾਰ, ਲੂਟ ਲਿਆ ਸੰਸਾਰ, केहू को मानी नहीं। कहते एक अद्धा नहीं बल्कि माया ने सारे संसार नू भुलाया होया है, सारे संसार नू उलझा के रखा होया है। बड़े बड़े ऋषि मुनि तक भी माया दे जाल दे विच उलझे बैठे हैं। अगर कोई माया दे जाल चों निकलिया तो कौन है? सिर्फ पूर्ण संत महात्मा।
ਇਸ ਲਈ ਪੂਰਨ ਸੰਤ ਮਹਾਤਮਾ ਸਾਨੂੰ ਵੀ ਮਾਇਆ ਦੀ ਅਸਲੀਅਤ ਦਾ ਗਿਆਨ ਦੇਣਾ ਚਾਹੁੰਦੇ ਹੁੰਦੇ ਹਨ। ਵਿਚਾਰ ਕਰਦੇ ਹਾਂ ਕਿ ਇਹ ਮਾਇਆ ਕੀ ਚੀਜ਼ ਹੈ। ਹੁਣ ਜਦੋਂ ਵੀ ਮਾਇਆ ਦਾ ਜ਼ਿਕਰ ਹੁੰਦਾ ਹੈ ਤਾਂ ਸਾਡੀਆਂ ਅੱਖਾਂ ਦੇ ਅੱਗੇ ਧਨ ਦੌਲਤ ਦੀ, ਰੁਪਏ ਪੈਸੇ ਦੀ ਸ਼ਕਲ ਆ ਜਾਂਦੀ ਹੈ। ਪਰ ਕਬੀਰ ਸਾਹਿਬ ਜੀ ਕੀ ਸਮਝਾਉਂਦੇ ਨੇ? ਸੰਤੋ ਜੋ ਦੀਸੇ ਸੋ ਮਾਇਆ। ਕਹਿੰਦੇ ਇੱਕ ਪਰਮਾਤਮਾ ਤੋਂ ਇਲਾਵਾ ਬਾਕੀ ਜੋ ਕੁਝ ਵੀ ਸਾਨੂੰ ਇਸ ਸੰਸਾਰ ਦੇ ਵਿੱਚ ਦਿਖਾਈ ਦੇ ਰਿਹਾ ਹੈ, ਧਨ ਦੌਲਤ, ਜ਼ਮੀਨਾਂ ਜਾਇਦਾਦਾਂ, ਹਾਟ ਹਵੇਲੀਆਂ, ਧੀਆਂ ਪੁੱਤਰ, ਰਿਸ਼ਤੇਦਾਰੀਆਂ, ਕਾਰੋਬਾਰ, ਇਸ ਸੰਸਾਰ ਦੀ ਚਮਕ ਦਮਕ ਜੋ ਵੀ ਸਾਨੂੰ ਆਕਰਸ਼ਿਤ ਕਰ ਰਹੀ ਹੈ, ਇਹ ਸਭ ਕਹਿੰਦੇ ਮਾਇਆ ਦਾ ਹੀ ਰੂਪ ਹੈ। ਮਾਇਆ ਇੱਕ ਐਸੀ ਸ਼ਕਤੀ ਵੀ ਹੈ ਜਿਸ ਬਾਰੇ ਪੰਜਵੀਂ ਪਾਤਸ਼ਾਹੀ ਜੀ ਨੇ ਕਿਹਾ, ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਕਹਿੰਦੇ ਮਾਇਆ ਇਹ ਵੀ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਪੈਦਾ ਹੋਈ ਹੈ ਅਤੇ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਸੰਸਾਰ ਦੇ ਵਿੱਚ ਸਾਰੇ ਕਾਰਜ ਕਰ ਰਹੀ ਹੈ। ਪਰ ਇਹਨੇ ਕੀ ਕੀਤਾ? ਸਾਡੇ ਨਾਲ ਇੱਕ ਛਲ ਕੀਤਾ, ਸਾਨੂੰ ਇਸ ਸੰਸਾਰ ਦੇ ਵਿੱਚ ਉਲਝਾ ਕੇ ਰੱਖ ਦਿੱਤਾ ਹੈ। ਕਿਸ ਤਰ੍ਹਾਂ ਮਾਇਆ ਨੇ ਸਾਨੂੰ ਇੱਥੇ ਉਲਝਾਇਆ? ਤਾਂ ਗੁਰੂ ਸਾਹਿਬ ਇਸ ਕੜੀ ਦੇ ਵਿੱਚ ਸਾਨੂੰ ਬੜੇ ਪਿਆਰ ਦੇ ਨਾਲ ਸਮਝਾਉਂਦੇ ਨੇ ਕਿ ਤ੍ਰੈ ਗੁਣ ਮਾਇਆ ਭਰਮ ਭੁਲਾਇਆ, ਹਉਮੈ ਬੰਧਨ ਕਮਾਏ। ਕਹਿੰਦੇ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਦੇ ਵਿੱਚ ਆ ਕੇ ਮਨ ਦੇ ਪਿੱਛੇ ਲੱਗ ਕੇ ਹਉਮੈ ਵਸ ਹੋ ਕੇ ਜੋ ਅਸੀਂ ਕਰਮ ਕਰ ਬੈਠਦੇ ਹਾਂ, ਉਹ ਕਰਮ ਸਾਡੇ ਬੰਧਨ ਦਾ ਕਾਰਨ ਬਣ ਕੇ ਰਹਿ ਜਾਂਦੇ ਹਨ। ਵਿਚਾਰ ਕਰਦੇ ਹਾਂ ਇਹ ਤਿੰਨ ਗੁਣ ਕੀ ਚੀਜ਼ ਹੈ, ਪੈਦਾ ਕਿਸ ਤਰ੍ਹਾਂ ਹੁੰਦੇ ਹਨ ਅਤੇ ਇਹਨਾਂ ਤਿੰਨਾਂ ਗੁਣਾਂ ਦੇ ਪ੍ਰਭਾਵ ਦੇ ਵਿੱਚ ਅਸੀਂ ਕਰਮ ਕਿਸ ਤਰ੍ਹਾਂ ਕਰਦੇ ਹਾਂ। ਤਾਂ ਮਹਾਤਮਾ ਇਸ ਬਾਰੇ ਸਾਨੂੰ ਸਮਝਾਉਂਦੇ ਨੇ ਕਿ ਪਰਮਾਤਮਾ ਨੇ ਸ਼ਬਦ ਦੇ ਜ਼ਰੀਏ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ। ਪਿੱਛੇ ਸ਼ਬਦ ਦੇ ਸ਼ੁਰੂ ਦੇ ਵਿੱਚ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਪਰਮਾਤਮਾ ਨੇ ਸ਼ਬਦ ਦੇ ਜ਼ਰੀਏ ਇਸ ਕਾਇਨਾਤ ਨੂੰ ਰਚਿਆ ਔਰ ਫਿਰ ਸ਼ਬਦ ਦੇ ਵਿੱਚੋਂ ਕਾਲ ਅਤੇ ਮਾਇਆ ਪੈਦਾ ਹੋਏ। ਮਾਇਆ ਤੋਂ ਤਿੰਨ ਦੇਵਤਾ ਯਾਨੀ ਬ੍ਰਹਮਾ, ਵਿਸ਼ਨੂੰ, ਮਹੇਸ਼ ਪੈਦਾ ਹੋਏ ਜੋ ਕਿ ਅੱਗੋਂ ਇਸ ਸ੍ਰਿਸ਼ਟੀ ਨੂੰ ਚਲਾ ਰਹੇ ਹਨ। ਅਤੇ ਇਹਨਾਂ ਤਿੰਨਾਂ ਨੂੰ ਤਿੰਨ ਗੁਣ ਵੀ ਕਿਹਾ ਜਾਂਦਾ ਹੈ, ਰਜੋਗੁਣ, ਤਮੋਗੁਣ, ਸਤੋਗੁਣ। ਹੁਣ ਅੱਗੋਂ ਇਹਨਾਂ ਤਿੰਨਾਂ ਗੁਣਾਂ ਦੀਆਂ ਕੁਛ ਕੁਆਲਿਟੀਜ਼ ਵੀ ਹੁੰਦੀਆਂ ਹਨ। ਜਿਸ ਤਰ੍ਹਾਂ ਰਜੋਗੁਣ ਇਹ ਗਤੀ, ਪ੍ਰਾਪਤੀ, ਉਤੇਜਨਾ ਔਰ ਮਾਣ ਆਦਿ ਦਾ ਪ੍ਰਤੀਕ ਹੈ। ਤਮੋਗੁਣ ਆਲਸ ਔਰ ਅਗਿਆਨਤਾ ਦਾ ਪ੍ਰਤੀਕ ਹੈ ਅਤੇ ਸਤੋਗੁਣ ਨੇਕੀ, ਸ਼ਾਂਤੀ, ਗੰਭੀਰਤਾ ਔਰ ਠਹਿਰਾਓ ਦਾ ਪ੍ਰਤੀਕ ਹੈ। ਅਸੀਂ ਸਭ ਦੁਨੀਆ ਦੇ ਜੀਵ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਵਿਚਰਦੇ ਰਹਿੰਦੇ ਹਾਂ। ਦਿਨ ਦੇ ਵਿੱਚ ਇਹ ਤਿੰਨੇ ਗੁਣ ਸਾਡੇ ਸਾਰਿਆਂ ਦੇ ਅੰਦਰ ਘਟਦੇ ਔਰ ਵੱਧਦੇ ਰਹਿੰਦੇ ਹਨ। ਕਦੇ ਕਿਸੇ ਗੁਣ ਦਾ ਪ੍ਰਭਾਵ ਜ਼ਿਆਦਾ ਹੋ ਜਾਂਦਾ ਹੈ, ਕਦੇ ਕਿਸੇ ਗੁਣ ਦਾ। ਔਰ ਥੋੜ੍ਹਾ ਜਿਹਾ ਵਿਵੇਕ ਦਾ ਇਸਤੇਮਾਲ ਕਰਕੇ ਸਾਨੂੰ ਪਤਾ ਲੱਗ ਸਕਦਾ ਹੈ ਕਿ ਕਿਸ ਵਕਤ ਅਸੀਂ ਕਿਹੜੇ ਗੁਣ ਦੇ ਵਿੱਚ ਹੁੰਦੇ ਹਾਂ। ਤਾਂ ਮਹਾਤਮਾ ਇਸ ਬਾਰੇ ਸਮਝਾਉਂਦੇ ਨੇ ਕਿ ਜਦੋਂ ਸਾਡੇ ਅੰਦਰ ਦੁਨਿਆਵੀ ਖੁਆਇਸ਼ਾਂ ਜ਼ੋਰ ਮਾਰਦੀਆਂ, ਫਿਰ ਅਸੀਂ ਉਹਨਾਂ ਨੂੰ ਪੂਰਾ ਕਰਨ ਲਈ ਦੌੜਦੇ ਹਾਂ, ਵਿਚਲਿਤ ਹੁੰਦੇ ਹਾਂ, ਤਾਂ ਉਸ ਵਕਤ ਰਜੋਗੁਣ ਦਾ ਸਾਡੇ ਅੰਦਰ ਪ੍ਰਭਾਵ ਜ਼ੋਰਾਂ 'ਤੇ ਹੁੰਦਾ ਹੈ। ਜਿਸ ਵਕਤ ਸਾਡੇ ਅੰਦਰ ਗੁੱਸਾ, ਈਰਖਾ ਔਰ ਬਦਲੇ ਦੀ ਭਾਵਨਾ ਹੁੰਦੀ ਹੈ ਜਾਂ ਫਿਰ ਜਦੋਂ ਸਾਡੇ ਅੰਦਰ ਆਲਸ ਹੁੰਦਾ ਹੈ, ਉਸ ਵਕਤ ਤਮੋ ਗੁਣ ਦਾ ਪ੍ਰਭਾਵ ਸਾਡੇ ਅੰਦਰ ਜ਼ਿਆਦਾ ਹੁੰਦਾ ਹੈ। ਕਈ ਵਾਰੀ ਆਪਾਂ ਮਹਿਸੂਸ ਵੀ ਕਰਦੇ ਹਾਂ ਕਿ ਸਾਡੇ ਅੰਦਰ ਬੜੀ ਸ਼ਾਂਤੀ ਹੁੰਦੀ ਹੈ, ਬੜੀ ਗੰਭੀਰਤਾ ਹੁੰਦੀ ਹੈ, ਕੋਈ ਕਿਸੇ ਤੋਂ ਬਦਲਾ ਲੈਣ ਦੀ ਭਾਵਨਾ ਨਹੀਂ ਹੁੰਦੀ, ਬਲਕਿ ਕਈ ਵਾਰੀ ਤਾਂ ਬੜੀ ਆਸਾਨੀ ਦੇ ਨਾਲ ਅਸੀਂ ਦੂਸਰਿਆਂ ਦੀ ਗਲਤੀ ਨੂੰ ਮਾफ़ ਕਰ ਦਿੰਦੇ ਹਾਂ ਜਾਂ ਫਿਰ ਇਹ ਵੀ ਕਹਿ ਦਿੰਦੇ ਹਾਂ ਛੱਡ ਕੇ ਕਿਸੇ ਨੂੰ ਕੁਝ ਕਹਿਣਾ ਹੈ। ਜਾਂ ਫਿਰ ਜਦੋਂ ਅਸੀਂ ਅੱਛੇ ਕਰਮ ਕਰਦੇ ਹਾਂ,
ਉਸ ਵਕਤ ਸਤੋ ਗੁਣ ਦਾ ਪ੍ਰਭਾਵ ਸਾਡੇ ਅੰਦਰ ਜ਼ੋਰਾਂ 'ਤੇ ਹੁੰਦਾ ਹੈ। ਪਰ ਸੰਤ ਮਹਾਤਮਾ ਕੀ ਸਮਝਾਉਂਦੇ ਨੇ? ਕਹਿੰਦੇ ਇਹਨਾਂ ਤਿੰਨਾਂ ਗੁਣਾਂ ਦੇ ਵਿੱਚੋਂ ਅਸੀਂ ਕਿਸੇ ਗੁਣ ਦੇ ਵਿੱਚ ਵੀ ਹੋਈਏ, ਕਰਮ ਇਹ ਤਾਂ ਸਾਡੇ ਤੋਂ ਹੁੰਦੇ ਹੀ ਰਹਿੰਦੇ ਹਨ, ਔਰ ਇਹ ਕਰਮ ਸਾਡੇ ਬੰਧਨ ਦਾ ਕਾਰਨ ਬਣ ਕੇ ਰਹਿ ਜਾਂਦੇ ਹਨ। ਜਿਸ ਤਰ੍ਹਾਂ ਗੁਰੂ ਸਾਹਿਬ ਇੱਥੇ ਸਮਝਾਉਂਦੇ ਨੇ ਕਿ ਜੰਮਨ ਮਰਨ ਸਿਰ ਉੱਪਰ ਉਭੋ ਗਰਭ ਜੋਨ ਦੁੱਖ ਪਾਏ। ਕਹਿੰਦੇ ਜਨਮ ਮਰਨ ਦਾ ਚੱਕਰ ਬਣਿਆ ਹੀ ਰਹਿੰਦਾ ਹੈ, ਬਾਰ-ਬਾਰ ਆਉਂਦੇ ਜਾਂਦੇ ਹਾਂ, ਇਹ ਕਦੇ ਮੁੱਕਦਾ ਹੀ ਨਹੀਂ। ਪੰਜਵੀਂ ਪਾਤਸ਼ਾਹੀ ਜੀ ਨੇ ਸਾਨੂੰ ਸਮਝਾਉਣ ਲਈ ਸਾਡੇ ਅੱਗੇ ਇੱਕ ਸਵਾਲ ਰੱਖਿਆ ਕਿ ਕਿਨ ਬਿਦ ਬਾਧਾ ਕਿਨ ਬਿਦ ਛੋਟਾ ਕਿਨ ਬਿਦ ਆਵਨ ਜਾਵਨ ਤੋਟਾ। ਕਹਿੰਦੇ ਸਾਡੇ ਬੰਧਨ ਦਾ ਕਾਰਨ ਕੀ ਹੈ, ਛੁੱਟੇ ਕੌਣ ਹਨ ਇੱਥੋਂ, ਅਤੇ ਅਸੀਂ ਕਿਸ ਤਰ੍ਹਾਂ ਛੁੱਟ ਸਕਦੇ ਹਾਂ। ਤਾਂ ਆਪ ਨੇ ਖੁਦ ਹੀ ਜਵਾਬ ਦੇ ਕੇ ਸਮਝਾ ਦਿੱਤਾ, ਹਉਮੈ ਬਾਧਾ ਗੁਰਮੁਖ ਛੋਟਾ ਗੁਰਮੁਖ ਆਵਨ ਜਾਵਨ ਤੋਟਾ। ਕਹਿੰਦੇ ਹਉਮੈ ਕਰਕੇ ਬੱਝੇ ਹਾਂ, ਗੁਰਮੁਖ ਜਨ ਛੁੱਟਦੇ ਨੇ, ਗੁਰਮੁਖਾਂ ਦੇ ਜ਼ਰੀਏ ਅਸੀਂ ਵੀ ਛੁੱਟ ਸਕਦੇ ਹਾਂ। ਇਹ ਗੁਰਮੁਖ ਜਨ ਕੌਣ ਹਨ? ਹਉਮੈ ਕੀ ਚੀਜ਼ ਹੈ? ਸਾਡੇ ਅੰਦਰੋਂ ਹਉਮੈ ਕਿਸ ਤਰ੍ਹਾਂ ਖਤਮ ਹੋ ਸਕਦੀ ਹੈ? ਇਸ ਬਾਰੇ ਗੁਰੂ ਸਾਹਿਬ ਅਗਲੀ ਕੜੀ ਦੇ ਵਿੱਚ ਖੋਲ੍ਹ ਕੇ ਸਮਝਾ ਰਹੇ ਹਨ ਜੀ। ਤ੍ਰੈ ਗੁਣ ਵਰਤੈ ਸਗਲ ਸੰਸਾਰਾ, ਹਉਮੈ ਵਿੱਚ ਪਤ ਖੋਈ, ਗੁਰਮੁਖ ਹੋਵੇ ਚੌਥਾ ਪਦ ਚੀਨੈ, ਰਾਮ ਨਾਮ ਸੁਖ ਹੋਈ। ਹੁਣ ਗੁਰੂ ਸਾਹਿਬ ਸਾਰੇ ਸੰਸਾਰ ਵੱਲ ਨਜ਼ਰ ਮਾਰ ਕੇ ਦੇਖ ਕੇ ਕੀ ਸਮਝਾਉਂਦੇ ਨੇ ਕਿ ਤ੍ਰੈ ਗੁਣ ਵਰਤੇ ਸਗਲ ਸੰਸਾਰਾ ਹਉਮੈ ਵਿੱਚ ਪਤ ਖੋਏ। ਕਹਿੰਦੇ ਇੱਕ ਅੱਧਾ ਨਹੀਂ, ਸਾਰਾ ਸੰਸਾਰ ਤਿੰਨਾਂ ਗੁਣਾਂ ਦੇ ਵਿੱਚ ਹੈ, ਔਰ ਤਿੰਨਾਂ ਗੁਣਾਂ ਦੇ ਵਿੱਚ ਹਉਮੈ ਵੀ ਹੈ। ਹੁਣ ਜਦ ਤੱਕ ਇਹ ਹਉਮੈ ਖਤਮ ਨਹੀਂ ਹੁੰਦੀ, ਪਰਮਾਤਮਾ ਦੇ ਨਾਲ ਮਿਲਾਪ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਬਲਕਿ ਗੁਰੂ ਸਾਹਿਬ ਇੱਥੇ ਕੀ ਸਮਝਾਉਂਦੇ ਨੇ? ਹਉਮੈ ਵਿੱਚ ਪਤ ਖੋਏ। ਕਹਿੰਦੇ ਇਸ ਹਉਮੈ ਕਰਕੇ, ਮੈਂ ਮੇਰੀ ਕਰਕੇ ਬੇਇੱਜ਼ਤ ਹੋਣਾ ਪੈਂਦਾ ਹੈ। ਕਿਸ ਤਰ੍ਹਾਂ? ਧਰਮ ਰਾਏ ਦੀ ਕਚਹਿਰੀ ਦੇ ਵਿੱਚ ਪੇਸ਼ ਹੋਣਾ ਪੈਂਦਾ ਕੀਤੇ ਹੋਏ ਕਰਮਾਂ ਕਰਕੇ, ਔਰ ਫਿਰ ਕੀਤੇ ਹੋਏ ਕਰਮਾਂ ਕਰਕੇ ਉੱਚੀਆਂ ਨੀਵੀਆਂ ਜੂਨੀਆਂ ਦੇ ਵਿੱਚ ਭਟਕਣਾ ਪੈਂਦਾ ਹੈ। ਸੱਚਖੰਡ ਦੀ ਵਾਸੀ ਔਰ ਸ਼ਾਹੀ ਤਖਤ ਦੀ ਵਾਰਿਸ ਆਤਮਾ ਦੇ ਲਈ ਮਾਇਆ ਦੇ ਇਸ ਜੇਲ੍ਹਖਾਨੇ ਦੇ ਵਿੱਚ ਦੁੱਖਾਂ ਸੁੱਖਾਂ ਦੀ ਚੱਕੀ ਪੀਸਣਾ, ਉਹਦੇ ਲਈ ਇਸ ਤੋਂ ਵੱਡੀ ਹੋਰ ਸਜ਼ਾ ਕੀ ਹੋ ਸਕਦੀ ਹੈ? ਇਸ ਤੋਂ ਵੱਡੀ ਹੋਰ ਬੇਇੱਜ਼ਤੀ ਇਹਦੇ ਲਈ ਕੀ ਹੋ ਸਕਦੀ ਹੈ? ਹਜ਼ੂਰ ਮਹਾਰਾਜ ਜੀ ਅਕਸਰ ਆਪਣੇ ਸਤਸੰਗਾਂ ਵਿੱਚ ਫਰਮਾਇਆ ਕਰਦੇ ਸਨ ਕਿ ਹਰ ਜਨਮ ਤੋਂ ਬਾਅਦ ਮੌਤ, ਹਰ ਮੌਤ ਤੋਂ ਬਾਅਦ ਜਨਮ 10 ਨੰਬਰੀਆਂ ਦੀ ਤਰ੍ਹਾਂ ਹੱਥਕੜੀ ਸਾਨੂੰ ਲੱਗੀ ਹੋਈ ਰਹਿੰਦੀ ਹੈ। ਵਿਚਾਰ ਕਰਦੇ ਹਾਂ ਕਿ ਇਹ ਹਉਮੈ ਜੋ ਇਤਨੀ ਜ਼ਬਰਦਸਤ ਹੈ, ਆਖਿਰ ਇਹ ਹਉਮੈ ਹੈ ਕੀ ਚੀਜ਼? ਹਜ਼ੂਰ ਮਹਾਰਾਜ ਜੀ ਇਸ ਬਾਰੇ ਵੀ ਸਮਝਾਉਂਦੇ ਹੁੰਦੇ ਸਨ ਕਿ ਇਹ ਜੋ ਸਾਰਾ ਦਿਨ ਅਸੀਂ ਸੋਚਦੇ ਰਹਿੰਦੇ ਹਾਂ, ਇਹ ਮੇਰੀ ਧਨ ਦੌਲਤ ਹੈ, ਇਹ ਮੇਰੀਆਂ ਜ਼ਮੀਨਾਂ ਜਾਇਦਾਦਾਂ ਹੈ, ਇਹ ਮੇਰੀ ਔਲਾਦ ਹੈ, ਇਹ ਮੇਰਾ ਸਰੀਰ ਹੈ, ਇਹ ਜੋ ਸਾਰਾ ਦਿਨ ਮੇਰਾ ਮੇਰਾ ਕਰਦੇ ਰਹਿੰਦੇ ਹਾਂ, ਕਹਿੰਦੇ ਇਹੀ ਹਉਮੈ ਹੈ। ਹਉਮੈ ਮੇਰਾ ਕਰ ਕਰ ਵਿਗੁੱਤੇ, ਕਹਿ ਚੱਲੀ ਨਾ ਚਲਦਿਆਂ ਨਾਲ। ਵਿਚਾਰ ਕਰਕੇ ਦੇਖੀਏ ਕਿ ਜਦੋਂ ਅਸੀਂ ਉਸ ਪਰਮਾਤਮਾ ਤੋਂ ਵਿਛੜ ਕੇ ਇੱਥੇ ਆਏ ਸੀ, ਆਪਣੇ ਨਾਲ ਕੀ ਲੈ ਕੇ ਆਏ ਸੀ? ਹੈ ਤੇ ਸਾਰਾ ਕੁਝ ਉਸ ਪਰਮਾਤਮਾ ਦਾ ਦਿੱਤਾ ਹੋਇਆ, ਇੱਥੇ ਮਿਲਿਆ, ਇੱਥੇ ਹੀ ਛੱਡ ਕੇ ਚਲੇ ਜਾਣਾ ਹੈ। ਪਰ ਇਹ ਜੋ ਹਰ ਚੀਜ਼ 'ਤੇ ਅਸੀਂ ਮੈਂ ਮੇਰੀ ਦੀ ਮੋਹਰ ਲਗਾ ਦਿੰਦੇ ਹਾਂ, ਇਹ ਹਉਮੈ ਹੈ। ਔਰ ਇਸ ਹਉਮੈ ਕਰਕੇ ਹੀ ਉਸ ਪਰਮਾਤਮਾ ਤੋਂ
ਅਸੀਂ ਦੂਰ ਹੋਏ ਬੈਠੇ ਹਾਂ, ਕਿਉਂਕਿ ਇਹਦੇ ਨਾਲ ਅਸੀਂ ਪਰਮਾਤਮਾ ਤੋਂ ਅਲੱਗ ਹੋ ਕੇ ਆਪਣੀ ਇੱਕ ਅਲੱਗ ਹਸਤੀ ਬਣਾ ਕੇ ਬੈਠ ਗਏ। ਯੁੱਗ ਬੀਤ ਗਏ, ਆਤਮਾ ਔਰ ਪਰਮਾਤਮਾ ਦੋਨੋਂ ਹੀ ਇਸ ਸਰੀਰ ਦੇ ਅੰਦਰ ਹੈ। ਚੌਥੀ ਪਾਤਸ਼ਾਹੀ ਜੀ ਇਹ ਗੱਲ ਕਹਿ ਰਹੇ ਨੇ ਕਿ ਧੰਨ ਪੀਰਕਾ ਇੱਕ ਹੀ ਸੰਗ ਵਾਸਾ। ਕਹਿੰਦੇ ਦੋਨੋਂ ਇਸ ਸਰੀਰ ਦੇ ਅੰਦਰ ਹੈ, ਪਰ ਅੱਜ ਤੱਕ ਦੋਨਾਂ ਦਾ ਆਪਸ ਦੇ ਵਿੱਚ ਮਿਲਾਪ ਨਹੀਂ ਹੋ ਸਕਿਆ। ਕਾਰਨ ਵਿੱਚ ਹਉਮੈ ਪੀਤ ਕਰਾਰੀ। ਹਉਮੈ ਦੀ ਦੀਵਾਰ ਹੈ, ਹੰਕਾਰ ਦੀ ਦੀਵਾਰ ਹੈ। ਲੇਕਿਨ ਹੁਣ ਇੱਕ ਜਗਿਆਸੂ ਦੇ ਮਨ ਦੇ ਵਿੱਚ ਸਵਾਲ ਉੱਠਦਾ ਹੈ ਕਿ ਹਉਮੈ ਪੈਦਾ ਹੋ ਚੁੱਕੀ ਹੈ, ਪ੍ਰੀਤਮ ਤੋਂ ਦੂਰ ਹੋ ਚੁੱਕੇ ਹਾਂ, ਆਖਿਰ ਇਹਦਾ ਕੋਈ ਹੱਲ ਵੀ ਹੈ ਜਾਂ ਨਹੀਂ। ਤਾਂ ਚੌਥੀ ਪਾਤਸ਼ਾਹੀ ਜੀ ਨੇ ਉਸੇ ਕੜੀ ਦੇ ਵਿੱਚ ਹੀ ਨਾਲ ਸਮਝਾਇਆ ਕਿ ਗੁਰ ਪੂਰੇ ਹਉਮੈ ਪੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਪੂਰਾ ਗੁਰੂ ਹਉਮੈ ਦੀ ਇਸ ਦੀਵਾਰ ਨੂੰ ਤੋੜ ਸਕਦਾ ਹੈ ਔਰ ਸਾਡਾ ਉਸ ਪ੍ਰੀਤਮ ਦੇ ਨਾਲ ਮਿਲਾਪ ਕਰਵਾ ਸਕਦਾ ਹੈ। ਲੇਕਿਨ ਕਿਸ ਤਰ੍ਹਾਂ? ਤਰੀਕਾ ਗੁਰੂ ਸਾਹਿਬ ਇਸੇ ਕੜੀ ਦੇ ਵਿੱਚ ਅੱਗੇ ਦੱਸ ਰਹੇ ਹਨ। ਕਹਿੰਦੇ ਗੁਰਮੁਖ ਹੋਵੇ ਚੌਥਾ ਪਦ ਚੀਨੇ, ਰਾਮ ਨਾਮ ਸੁਖ ਹੋਏ। ਕਹਿੰਦੇ ਪਹਿਲੇ ਗੁਰਮੁਖ ਬਣਨਾ ਪੈਂਦਾ ਹੈ। ਕਿਸ ਤਰ੍ਹਾਂ? ਕਿਸੇ ਪੂਰੇ ਗੁਰਮੁਖ ਦੀ ਸ਼ਰਨ ਦੇ ਵਿੱਚ ਜਾ ਕੇ ਉਹਨਾਂ ਦੇ ਉਪਦੇਸ਼ 'ਤੇ ਅਮਲ ਕਰਕੇ ਤਿੰਨਾਂ ਗੁਣਾਂ ਤੋਂ ਪਾਰ ਚੌਥੇ ਪਦ ਸਹਿਜ ਅਵਸਥਾ ਦੇ ਵਿੱਚ ਜਦੋਂ ਕੋਈ ਪਹੁੰਚਦਾ ਹੈ, ਫਿਰ ਹਉਮੈ ਦੀ ਉਹ ਦੀਵਾਰ ਹਮੇਸ਼ਾ ਹਮੇਸ਼ਾ ਦੇ ਲਈ ਟੁੱਟ ਜਾਂਦੀ ਹੈ ਔਰ ਫਿਰ ਜੀਵ ਉਸ ਰਾਮ ਨਾਮ ਸਾਰ ਸ਼ਬਦ ਸੱਚੇ ਨਾਮ ਦੇ ਨਾਲ ਜੁੜ ਕੇ ਪ੍ਰੀਤਮ ਦੇ ਦਰਬਾਰ ਦੇ ਵਿੱਚ ਪਹੁੰਚਣ ਦੇ ਕਾਬਿਲ ਬਣ ਜਾਂਦਾ ਹੈ। ਔਰ ਉਸ ਸਾਰ ਸ਼ਬਦ ਦਾ ਇਸ਼ਾਰਾ ਸਵਾਮੀ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਦਿੱਤਾ ਹੈ ਕਿ ਨਾਮ ਰਹੇ ਚੌਥੇ ਪਦ ਮਾਹੀ, ये ढूंढे त्रिलोकी माही। तीन लोक में बसता काल, चौथे में रहे नाम दयाला जी। त्रै गुण सब तेरे, तू आपे करता, जो तू करे सो होई। नानक राम नाम निस्तारा, शब्दे हਉਮੈ खोई। ਹੁਣ ਇਸ ਕੜੀ ਦੇ ਵਿੱਚ ਗੁਰੂ ਸਾਹਿਬ ਜੀਵ ਦੀ ਬੇਵਸੀ ਬਿਆਨ ਕਰਦੇ ਹੋਏ ਕਹਿ ਰਹੇ ਹਨ ਕਿ ਤ੍ਰੈ ਗੁਣ ਤੇਰੇ, ਤੂੰ ਆਪੇ ਕਰਤਾ, ਜੋ ਤੂੰ ਕਰੇ ਸੋ ਹੋਏ। ਕਿ ਆ ਪਰਮਾਤਮਾ ਇਹ ਤਿੰਨ ਗੁਣ ਵੀ ਤੇਰੇ ਹੀ ਪੈਦਾ ਕੀਤੇ ਹੋਏ ਨੇ, ਇਹ ਮਾਇਆ ਵੀ ਤੇਰੀ ਪੈਦਾ ਕੀਤੀ ਹੈ, ਹਉਮੈ ਦੀ ਦੀਵਾਰ ਵੀ ਤੂੰ ਖੁਦ ਹੀ ਖੜੀ ਕੀਤੀ ਹੈ। ਹਉਮੈ ਬਿਖ ਪਾਏ ਜਗਤ ਉਪਾਇਆ। ਐ ਪਰਮਾਤਮਾ ਜੋ ਤੂੰ ਕਰਦਾ ਉਹੀ ਤਾਂ ਹੁੰਦਾ ਹੈ। ਅਸੀਂ ਕਹਿੰਦੇ ਬੜੇ ਬੇਬਸ ਹਾਂ, ਲਾਚਾਰ ਹਾਂ, ਤੇਰੀ ਅਸੀਂ ਕੁਦਰਤ ਨੂੰ ਕਿਵੇਂ ਸਮਝ ਸਕਦੇ ਹਾਂ ਔਰ ਬੇਬਸ ਜੀਵ ਅਸੀਂ ਤੇਰੇ ਨਾਲ ਮਿਲਾਪ ਵੀ ਕਿਸ ਤਰ੍ਹਾਂ ਕਰ ਸਕਦੇ ਹਾਂ, ਕਿਉਂਕਿ ਤੂੰ ਤਾਂ ਸਮਰੱਥ ਹੈ, ਅਸੀਂ ਭੁੱਲਣਹਾਰ ਹਾਂ। ਤੂੰ ਪਵਿੱਤਰ ਔਰ ਅਸੀਂ ਕਰਮਾਂ ਦੀਆਂ ਮੈਲਾਂ ਦੇ ਵਿੱਚ ਲਿਬੜੇ ਹੋਏ ਹਾਂ। ਤੂੰ ਬਹੁਤ ਉਚਾਈ 'ਤੇ ਸੱਚਖੰਡ ਦੇ ਵਿੱਚ ਬੈਠਾ ਅਤੇ ਅਸੀਂ ਬਹੁਤ ਨੀਚੇ ਮਾਇਆ ਦੇ ਇਸ ਜੇਲ੍ਹਖਾਨੇ ਦੇ ਵਿੱਚ ਕੈਦੀ ਬਣੇ ਬੈਠੇ ਹਾਂ। ਤਾਂ ਜੀਵ ਦੀ ਇਸ ਬੇਬਸੀ ਨੂੰ ਦੇਖ ਕੇ ਗੁਰੂ ਸਾਹਿਬ ਅਖੀਰ ਦੇ ਵਿੱਚ ਸਾਨੂੰ ਇਹਦਾ ਤਰੀਕਾ ਹੱਲ ਸਮਝਾ ਰਹੇ ਹਨ ਕਿ ਨਾਨਕ ਰਾਮ ਨਾਮ ਨਿਸਤਾਰਾ, ਸ਼ਬਦੇ ਹਉਮੈ ਖੋਏ। ਘੁੰਮ ਘੁਮਾ ਕੇ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਨਾਮ ਦੀ ਕਮਾਈ ਇਹ ਤਾਂ ਸਾਨੂੰ ਕਰਨੀ ਹੀ ਕਰਨੀ ਪੈਣੀ ਹੈ, ਕਿਉਂਕਿ ਜਦ ਤੱਕ ਨਾਮ ਦੀ ਕਮਾਈ ਨਹੀਂ ਕਰਦੇ, ਭਜਨ ਸਿਮਰਨ ਨਹੀਂ ਕਰਦੇ, ਅੰਦਰੋਂ ਸ਼ਬਦ ਧੁਨ ਦੇ ਨਾਲ ਜੁੜ ਹੀ ਨਹੀਂ ਸਕਦੇ। ਔਰ ਜਦ ਤੱਕ ਸ਼ਬਦ ਧੁਨ ਦੇ ਨਾਲ ਨਹੀਂ ਜੁੜਦੇ, ਤਦ ਤੱਕ ਨਾ ਤਾਂ ਹਉਮੈ ਦੀ ਦੀਵਾਰ ਟੁੱਟਦੀ ਹੈ, ਨਾ ਪਰਮਾਤਮਾ ਦੇ ਨਾਲ
ਮਿਲਾਪ ਹੋ ਸਕਦਾ ਹੈ। ਬਲਕਿ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਬੜੇ ਦਾਅਵੇ ਦੇ ਨਾਲ ਸਾਨੂੰ ਇੱਕ ਸਵਾਲ ਕੀਤਾ ਹੈ ਕਿ ਬਿਨ ਸ਼ਬਦੇ ਹਉਮੈ ਕਿਨ ਮਾਰੇ। ਕਹਿੰਦੇ ਕੋਈ ਮੈਨੂੰ ਐਸਾ ਸੂਰਮਾ ਦੱਸੋ ਕਿ ਜਿਨਨੇ ਬਿਨਾਂ ਸ਼ਬਦ ਦੇ ਨਾਲ ਜੁੜੇ ਇਸ ਹਉਮੈ ਦੀ ਦੀਵਾਰ ਨੂੰ, ਹਉਮੈ ਦੀ ਰੁਕਾਵਟ ਨੂੰ ਦੂਰ ਕੀਤਾ ਹੋਵੇ। ਇਸ ਲਈ ਕਹਿੰਦੇ ਇਹਦੇ ਲਈ ਸੰਤ ਮਹਾਤਮਾ ਬਾਰ-ਬਾਰ ਸਾਨੂੰ ਸਮਝਾਉਂਦੇ ਨੇ ਕਿ ਨਾਮ ਦੀ ਕਮਾਈ ਕਰਨੀ ਪੈਂਦੀ ਹੈ, ਸ਼ਬਦ ਦੇ ਨਾਲ ਜੁੜਨਾ ਪੈਂਦਾ ਹੈ। ਹੁਣ ਇਹ ਸ਼ਬਦ ਵੀ ਇਹ ਸਾਡੇ ਅੰਦਰ ਕਿਸ ਤਰ੍ਹਾਂ ਪ੍ਰਗਟ ਹੋ ਸਕੇਗਾ? स्वामी जी समझाते ने कि शब्द खुलेगा गुरु मेहर से। जब तक गुरु की दया नहीं होंदी कुछ भी नहीं हो सकता साडे नाल। ते गुरु की दया किस तरह मिल सकती है? रोज़ रोज़ सत्संगां दे विच दस्सिया जाता है कि गुरु के उपदेश ते अमल करके, गुरु का कहना मन के। सो आओ असी भी गुरु साहब के समझाउण दे मुताबिक अपनी गुरु का कहना मनीए, ਉਹਦੇ उपदेश ते अमल करते हुए ये फरियाद करिए, ये बेनती करिए कि तुम धुर से चल कर आए, अब क्यों ऐसी ढील लगाए, जल्दी से काज संवारो, तुम दाता देर ना धारो। त्रैगुण सब तेरे तू आपे करता, जो तू करे सो होई। नानक राम नाम निस्तारा, शब्दे हऊँ मैं खोई।